Good. Good. ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਸਾਡੇ ਮਨ ਨੂੰ, ਹੁਣ ਇੱਧਰ ਜਿਉਂ ਹੀ ਆਪਣਾ ਮਨ ਇਸ ਲੋਕ ਵਿੱਚ ਆਉਂਦਾ ਹੈ, ਇਹ ਜਿਹੜੀ ਮਾਇਆ ਹੈ, ਇਹ ਮਾਇਆ ਮਨ ਨੂੰ ਭਰਮ ਦੇ ਵਿੱਚ ਪਾਉਂਦੀ। ਭੁੱਲਿਆ ਹੋਇਆ ਮਨ ਮਾਇਆ ਦੇ ਘਰ ਵਿੱਚ ਆਉਂਦਾ ਤੇ ਇੱਧਰ ਹੀ ਮਾਇਆ ਦੇਖਣ ਨੂੰ ਬੜੀ ਸੋਹਣੀ ਲੱਗਦੀ ਹੈ ਮਨ ਨੂੰ। ਸਤਿਗੁਰੂ ਕਹਿੰਦੇ ਵੀ ਇਹਦੀ ਭੁੱਲ ਹੋ ਜਾਂਦੀ, ਵੀ ਜਿਵੇਂ ਉਦਾਹਰਨ ਦਿੰਦੇ ਵੀ ਧੁੰਮਾ ਹੁੰਦਾ, ਉਹ ਤੋਂ ਦੇਖਣ ਨੂੰ ਬੜਾ ਸੋਹਣਾ ਲੱਗਦਾ, ਪਰ ਉਹਦੇ ਅੰਦਰ ਜਿਹੜੀ ਉਹ ਜ਼ਹਿਰ ਹੁੰਦੀ, ਕੜਤਣ ਬਹੁਤ ਹੁੰਦੀ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਇਹ ਮਾਇਆ ਹੈ। ਹੁਣ ਇੱਧਰ ਮਨ ਮਾਇਆ ਦੇ ਪਿੱਛੇ ਦੌੜਦਾ ਹੈ ਤੇ ਜਿਹਦਾ ਅੱਗੇ ਅੱਧੀ ਕੌੜੀ ਵੀ ਇਹਦਾ ਦਾਮ ਨਹੀਂ ਮਿਲਦਾ, ਕਿਉਂਕਿ ਇੱਥੇ ਦਾ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ, ਇਹ ਨਾਲ ਨਹੀਂ ਜਾਂਦੀ। ਸਤਿਗੁਰੂ ਫਰਮਾਉਂਦੇ, ਪਖੰਡੜੋ ਕੀ ਭੁੱਲ ਤੁਮਾਂ ਦੇ ਸਮ ਸੋਹਣਾ, ਆਡ ਨਾਲ ਹੰਦੜੋ ਮੁੱਲ, ਨਾਨਕ ਸਾਥ ਨ ਜੁਲਈ ਮਾਇਆ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਦੇਖਣ ਦੀ ਭੁੱਲ, ਤੁਮਾਂ ਬੜਾ ਸੋਹਣਾ ਲੱਗਦਾ, ਪਰ ਉਹਦੇ ਅੰਦਰ ਕੜਤਣ ਜ਼ਹਿਰ। ਹੁਣ ਇਸੇ ਤਰ੍ਹਾਂ ਹੀ ਇਹ ਮਨ ਨੂੰ ਮਾਇਆ ਮੋਹ ਲੈਂਦੀ ਹੈ, ਇਹਨੂੰ ਮਿੱਠੀ ਲੱਗਦੀ ਹੈ, ਪਰ ਇਹਦਾ ਜਿਹੜਾ ਸਵਾਦ ਇਹ ਬੜਾ ਕੜਤਣ ਵਾਲਾ, ਕੌੜਾ ਹੈ। ਮਹਾਰਾਜ ਕਹਿੰਦੇ ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਥ। ਬਈ ਪਹਿਲਾਂ ਤਾਂ ਇਹ ਵੇਖਣ ਨੂੰ ਮਿੱਠੀ ਕਰ ਕਰਕੇ ਖਾਂਦਾ, ਇਹ ਪਰ ਇਹਨੂੰ ਪਤਾ ਬਾਅਦ ਚੋਂ ਲੱਗਦਾ, ਜਦੋਂ ਇਹਦਾ ਜ਼ਹਿਰ ਚੜ੍ਹ ਜਾਂਦਾ, ਸੁੱਧ ਬੁੱਧ ਮਾਰੀ ਜਾਂਦੀ ਹੈ, ਤੇ ਫਿਰ ਇਹਦਾ ਜਿਹੜਾ ਸਵਾਦ ਬੜਾ ਕੜਤਣ ਵਾਲਾ, ਮਨ ਬੜਾ ਦੁਖੀ ਹੁੰਦਾ, ਬੜਾ ਸ਼ਾਂਤ ਹੁੰਦਾ। ਹੁਣ ਇਹ ਮਨ ਨੂੰ ਫਸਾਉਣ ਵਾਸਤੇ ਮਾਇਆ ਜਿਹੜੀ ਹੈ, ਮਾਇਆ ਨੇ ਜਾਲ ਵਿਛਾਇਆ ਹੈ। ਜਾਲ ਕੀ ਹੈ? ਵਿਚਾਰਾਂ ਦਾ, ਫੁਰਨਿਆਂ ਦਾ। ਮਹਾਰਾਜ ਕਹਿੰਦੇ ਪੰਚ ਦੂਤ ਚਿੱਤ ਬੇਬਕਾਰ, ਮਾਇਆ ਮੋਹ ਕਾ ਇਹੋ ਪਸਾਰਾ। ਵੀ ਇਹ ਮਾਇਆ ਦੇ ਮੋਹ ਦਾ ਪਸਾਰਾ, ਜਾਲ। ਜਿਉਂ ਹੀ ਮਨ ਇੱਧਰ ਆਉਂਦਾ ਹੈ, ਜਾਲ ਵਿਛਾਇਆ ਹੋਇਆ, ਤੇ ਆ ਕੇ ਜਾਲ ਦੇ ਵਿੱਚ ਫਸ ਜਾਂਦਾ। ਹੁਣ ਜਦੋਂ ਫਸ ਜਾਂਦਾ ਤੇ ਇਹਨੂੰ ਭਰਮ ਪੈ ਜਾਂਦਾ ਵੀ ਇਹ ਜਿਹੜੀ ਮਾਇਆ ਹੈ, ਇਹਨੂੰ ਮੈਂ ਵੱਧ ਤੋਂ ਵੱਧ ਇਕੱਠੀ ਕਰ ਲਾਂ, ਵੱਧ ਤੋਂ ਵੱਧ ਪਦਾਰਥ ਇਕੱਠੇ ਕਰ ਲਾਂ, ਪਰ ਮਹਾਰਾਜ ਕਹਿੰਦੇ ਵੀ ਇਹ ਨਾਲ ਨਹੀਂ ਜਾਂਦੀ। ਇਹਦਾ ਜਿਹੜਾ ਦਾਮ ਅੱਧੀ ਕੌੜੀ ਵੀ ਨਹੀਂ ਅੱਗੇ ਪੈਂਦਾ,
क्योंकि इत्थे दा सारा कुछ इत्थे ही रह जाता, धरे दा धरे ही रह जाता। हुण मन नूं फिर समझाउंदी बई तू ये भुल ना, भुलदा तू तां है जदों तू मालक नूं भुलदा, फिर ही ये माया दा तेरे ते असर हुंदा। भूलो मन माया घर जाई, बई जदों मन भुलदा माया दे घर विच आके ते फिर इधर वज जांदा है बंधनां दे विच, ये जाल दे विच फस जांदा, मोह दे विच। हुण इह मोह जिहड़ा ऐसा है माया दा, बई ये माया ना तां दिसदी है, ना ये बोलदी, ना ये सुणदी है, पर फिर भी सारिਆਂ ਦੇ ਮਨਾਂ ਨੂੰ ਇਹ बड़ी मिठी लगती, बड़ी प्यारी लगती। ਹੁਣ ਇਹ ਉਹ ਮਾਇਆ है ਜਿਹੜੀ ਮਾਰੇ ਕਹਿੰਦੇ ਦਿਸਦੀ नहीं, ਉਹ ਨੇ विचार त्रै गुण। ਵੀ ਨਾ ਤਾਂ ਇਹ ਸਾਨੂੰ ਦਿੰਦੀ ਇਹਨਾਂ ਅੱਖਾਂ ਨਾਲ, ਵਿਚਾਰ ਨੇ ਜਿਹੜੇ ਉਹ ਆਪਾਂ ਨੂੰ ਦਿਸਦੇ ਨੇ। ਤੇ ਪਰ ਸਤਿਗੁਰੂ ਕਹਿੰਦੇ ਵੀ ਐਸੀ ਠਗੋਰੀ ਮਨ ਨੂੰ ਲਾਉਂਦੀ ਹੈ ਵੀ ਇਹ ਸਾਰਿਆਂ ਦੇ ਮਨਾਂ ਨੂੰ ਬੜੀ ਪਿਆਰੀ ਤੇ ਮਿੱਠੀ ਲੱਗਣ ਲੱਗ ਜਾਂਦੀ। ਨੈ ਸੁਣੀਏ ਨੈ ਬਕੀਏ ਨੈ ਇਹ ਨੇਤਰੋ ਡੀਠੀ, ऐसी ठगौरी पाई भुलावे मन सबके लागे मीठी। बई सारिਆਂ ਦੇ ਮਨਾਂ ਨੂੰ मिठी लगती, प्यारी लगती है। ਹੁਣ ਇਹ ਉਹ ਮਾਇਆ है ਜਿਹੜੀ विचार ਚੱਲਦੇ ਸਾਡੇ ਅੰਦਰ, ਜਿਨ੍ਹਾਂ ਨੂੰ ਤਿੰਨ ਗੁਣ ਆਖੇ, त्रै गुण, रजगुण, तमगुण, सतगुण कहिए। ये तेरी सब माया। ਹੁਣ ਇਹਨੂੰ ਮਾਇਆ ਆਖਿਆ ਹੈ ਤੇ ਇਹ ਮਾਇਆ ਸਾਨੂੰ ਪਰਮਾਤਮਾ ਨੂੰ ਭੁਲਾਉਂਦੀ ਹੈ। ਇਹ ਮਾਇਆ ਨੇ ਸਾਡਾ ਪਿਆਰ ਦ੍ਰਿਸ਼ਟ ਮਨ ਨਾਲ ਪਾ ਦੇਣਾ ਬਾਹਰ, ਜਿਵੇਂ ਅੰਦਰੋਂ ਪਹਿਲਾਂ ਵਿਚਾਰ ਉੱਠਦੇ ਔਰ ਨੇ ਤੇ ਫਿਰ ਇਹ ਮਾਇਆ ਦੇ ਨਾਲ ਸਾਡਾ ਪਿਆਰ ਪੈ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੀ, ਮੋਹ ਅਪਜੀ ਭਾਉ ਦੂਜਾ ਲਾਇਆ। ਵੀ ਇਹ ਉਹ ਮਾਇਆ ਹੈ ਵੀ ਜਿਹੜੀ ਸਾਨੂੰ ਮਾਲਕ ਨੂੰ ਭੁਲਾਉਂਦੀ, ਪਰਮਾਤਮਾ ਨੂੰ ਭੁਲਾਉਂਦੀ, ਤੇ ਉਹ ਮਾਇਆ ਨਹੀਂ ਵਿਚਾਰ। ਸੋ ਇਸ ਵਾਸਤੇ ਫਿਰ ਸਤਿਗੁਰੂ ਸਾਡੇ ਮਨ ਨੂੰ ਸਮਝਾਉਂਦੇ ਬਈ ਜੋ ਇਹ ਮਾਇਆ ਨੂੰ ਦੇਖ ਕੇ ਭੁੱਲਣਾ, ਤੂੰ ਮਾਲਕ ਨੂੰ ਵਿਸਾਰਨਾ, ਤੂੰ ਉਹਨੂੰ ਚੇਤੇ ਰੱਖੋ ਦੱਸੇ ਮਨ ਕਰ। ਜੇ ਹੁਣ ਮਨ ਸਿਮਰਨ ਕਰੇਗਾ ਤੇ ਫਿਰ ਹੀ ਇਹ ਮਾਇਆ ਦੇ ਇੱਥੋਂ ਜਾਲ ਦੇ ਵਿੱਚੋਂ ਨਿਕਲ ਸਕਦਾ, ਫਿਰ ਹੀ ਇਹ ਬਚ ਸਕਦਾ, ਨਹੀਂ ਤਾਂ ਇਹ ਬਚ ਨਹੀਂ ਸਕਦਾ। ਜਿਵੇਂ ਸ਼ਿਕਾਰੀ ਜੀਵ ਨੂੰ ਬਸਾਉਣ ਵਾਸਤੇ ਉਹ ਜਾਲ ਵਿਛਾਉਂਦਾ ਹੈ, ਤੇ ਹੁਣ ਉਹ ਜਦੋਂ ਜਾਲ ਵਿਛਾਉਂਦਾ ਇਹਦਾ ਉਹਦੀ ਪਿੱਛੇ ਜਿਹੜੀ ਉਹਦੀ ਇੱਛਾ ਵੀ ਇਹ ਨਹੀਂ ਹੈ ਵੀ ਉਹ ਜੀਵਾਂ ਦਾ ਭਲਾ ਕਰਨਾ ਚਾਹੁੰਦਾ ਹੈ, ਉਹ ਫਸਾਉਣ ਵਾਸਤੇ ਜਾਲ ਵਿਛਾਉਂਦਾ ਹੈ। ਤੇ ਬੇਸ਼ੱਕ ਉਹ ਚੋਗਾ ਵੀ ਖਿਲਾਰਦਾ, ਜੇ ਉਹ ਚੋਗਾ ਪਾਉਂਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੀ ਉਹ ਪੇਟ ਪੂਰਤੀ ਕਰਨੀ ਚਾਹੁੰਦਾ, ਉਹਨਾਂ ਨੂੰ ਫਸਾਉਣ ਵਾਸਤੇ। ਔਰ ਇਸੇ ਤਰ੍ਹਾਂ ਹੀ ਇਹ ਮਨ ਨੂੰ ਫਸਾਉਣ ਵਾਸਤੇ ਮਾਇਆ ਹੈ। ਜਿਵੇਂ ਸ਼ਿਕਾਰੀ ਕੁੰਡੀ ਲਾਉਂਦਾ ਮੱਛੀ ਨੂੰ ਫੜਨ ਵਾਸਤੇ, ਉਹਨੂੰ ਵਾਟਾ ਲਾ ਦਿੰਦਾ ਉੱਤੇ, ਜਾਂ ਕੋਈ ਮਾਸ ਦਾ ਟੁਕੜਾ ਬੰਨ੍ਹ ਦਿੰਦਾ। ਹੁਣ ਉਹਨੂੰ ਨਹੀਂ ਪਤਾ ਵੀ ਉਹ ਵਿੱਚ ਤਾਂ ਕੁੰਡੀ ਹੈ, ਉੱਪਰੋਂ ਸਵਾਦ ਤੇ ਅੰਦਰ ਕੁੰਡੀ ਉਹਨੂੰ ਫਸਾਉਣ ਵਾਸਤੇ। ਹੁਣ ਇਸੇ ਤਰ੍ਹਾਂ ਹੀ ਇਹ ਮਨ ਨੂੰ ਫਸਾਉਣ ਵਾਸਤੇ ਮਾਇਆ। ਮਹਾਰਾਜ ਜਿਵੇਂ ਕਹਿੰਦੇ ਵੀ ਇਹ ਵਿਸ ਗੰਦਲਾਂ ਵੀ ਖੰਡ ਦੇ ਨਾਲ ਲਵੇੜ ਕੇ ਰੱਖੀਆਂ ਹੋਈਆਂ ਨੇ,
ਉੱਪਰੋਂ ਉੱਪਰੋਂ ਮਿੱਠਾ ਤੇ ਥੱਲਿਓਂ ਅੰਦਰ ਜ਼ਹਿਰ। ਹੁਣ ਉੱਪਰ ਜਿਹੜਾ ਮਿੱਠਾ ਉਹ ਇਸ ਕਰਕੇ ਵੀ ਇਹਨਾਂ ਨੂੰ ਸਵਾਦ ਲੱਗੇ, ਉਹ ਬਾਅਦ ਦੇ ਵਿੱਚ ਉੱਪਰੋਂ ਜਦੋਂ ਸਵਾਦ ਚਲੇ ਜਾਂਦਾ ਤਾਂ ਵਿੱਚ ਅੰਦਰ ਜ਼ਹਿਰ ਰਹਿ ਜਾਂਦੀ। ਉਹ ਕੜਾਤਾ ਨੇ ਇਸ ਵਾਸਤੇ ਸਤਿਗੁਰੂ ਸਾਨੂੰ ਸਮਝਾਉਂਦੇ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਵਾੜ। ਬਈ ਇਹ ਵਿਸ ਗੰਦਲਾਂ ਖੰਡ ਦੇ ਨਾਲ ਲਵੇੜ ਕੇ ਰੱਖੀਆਂ ਹੋਈਆਂ। ਵੀ ਤੋਂ ਮਿੱਠਾ ਲੱਗਦਾ ਸੀ, ਮੋਹ ਬੜਾ ਮਿੱਠਾ ਲੱਗਦਾ, ਪਿਆਰਾ ਲੱਗਦਾ। ਪਰ ਉਹੀਓ ਬਾਅਦ ਦੇ ਵਿੱਚ ਜਦੋਂ ਵਿਚਾਰਾਂ ਦਾ ਟਕਰਾਅ ਹੁੰਦਾ ਤੇ ਉਹੀਓ ਮੋਹ ਜਿਹੜਾ ਨਫ਼ਰਤ ਦੇ ਵਿੱਚ, ਈਰਖਾ ਦੁਵਿਧਾ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਆ ਜਾਂਦਾ ਜੀ। ਇਸ ਵਾਸਤੇ ਮੇਰੇ ਸਤਿਗੁਰੂ ਕਹਿੰਦੇ ਵੀ ਇਹ ਖੇਲ ਹੈ ਮਾਇਆ ਦਾ। ਪਹਿਲਾਂ ਸਾਨੂੰ ਮਿੱਠਾ ਲਾ ਕੇ ਵਿੱਚ ਫਸਾਉਣਾ ਤੇ ਫਿਰ ਜ਼ਹਿਰ ਚੜਾ ਦੇਣਾ, ਫਿਰ ਲੜਾਉਣਾ, ਫਿਰ ਇੱਕ ਦੂਸਰੇ ਦੇ ਨਾਲ ਵਿਚਾਰਾਂ ਦਾ ਟਕਰਾਅ, ਈਰਖਾ, ਨਫ਼ਰਤ, ਫਿਰ ਇਹ ਸਾਰਾ ਕੁਛ ਚੱਲਦਾ ਹੈ। ਜਿਵੇਂ ਬੱਚਾ ਸੰਸਾਰ ਦੇ ਵਿੱਚ ਆਉਂਦਾ ਹੈ, ਪਹਿਲਾਂ ਉਹਨੂੰ ਸਾਰਾ ਪਿਆਰ ਕਰਦੀ, ਫਸਾਉਣ ਵਾਸਤੇ ਜਿੰਨੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਮਾਇਆ ਉਹਨੂੰ ਵੱਧ ਤੋਂ ਵੱਧ ਦਿੱਤੀ। ਕਾਲ ਸਾਰੀਆਂ ਸਹੂਲਤਾਂ ਜਿੰਨੀਆਂ ਦੇ ਸਕਦਾ ਉਹ ਦਰ ਦੇ ਉੱਤੇ ਹਾਜ਼ਰ ਹੋ ਜਾਂਦਾ। ਜਦੋਂ ਮਨ ਰਾਜਾ ਇੱਧਰ ਆਉਂਦਾ ਇਹਨਾਂ ਤੇ ਕਾਲ ਜੋ ਵੀ ਸਹੂਲਤਾਂ ਸੁੱਖ ਦੇ ਸਕਦਾ ਉਹ ਦਰ ਦੇ ਉੱਤੇ ਜਾ ਕੇ ਖੜਾ ਹੋ ਜਾਂਦਾ ਵੀ ਮਨ ਰਾਜਾ ਸਾਡੇ ਦੇਸ਼ ਵਿੱਚ ਆ ਰਹੀ। ਮਾਰੇ ਕਹਿੰਦੇ ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ। ਵੀ ਜਿਉਂ ਹੀ ਮਨ ਰਾਜਾ ਇੱਧਰ ਆਇਆ ਤੇ ਕਾਲ ਖੜਾ ਹੈ ਦਰ ਦੇ ਉੱਤੇ, ਦੇਸ਼ ਦਾ ਮੁਖੀ ਭੇਟਾ ਲੈ ਕੇ ਵੀ ਰਾਜਾ ਸਾਡੇ ਦੇਸ਼ ਵਿੱਚ ਆ ਰਹੇ। ਜੋ ਸੁੱਖ ਸਹੂਲਤਾਂ ਦੇ ਸਕਦਾ ਉਹ ਸਾਰੀਆਂ ਦਿੰਦਾ। ਜਿਵੇਂ ਆਪਾਂ ਦੇਖਦੇ ਵੀ ਬੱਚਾ ਜਦੋਂ ਆਉਂਦਾ ਸੰਸਾਰ ਦੇ ਵਿੱਚ ਕਿੰਨੀਆਂ ਉਹਨੂੰ ਸੁੱਖ ਸਹੂਲਤਾਂ ਦਿੰਦੇ ਆਪ, ਕਿੰਨਾ ਉਹਦਾ ਖਿਆਲ ਕਰਦੇ। ਫਿਰ ਜਿਉਂ ਵੱਡਾ ਹੁੰਦਾ ਜਾਂਦਾ ਤੇ ਉਹਦੇ ਇੱਧਰ ਉਹ ਮਾਇਆ ਜਿਹੜੀ ਉਹ ਮਾਇਆ ਦੇ ਨਾਲ ਪਿਆਰ ਪੈਂਦਾ ਜਾਂਦਾ। ਜਦੋਂ ਮਾਇਆ ਦੇ ਨਾਲ ਪੂਰਾ ਪਿਆਰ ਪੈ ਜਾਂਦਾ ਫਿਰ ਪਤਾ ਲੱਗ ਜਾਂਦਾ ਵੀ ਹੁਣ ਇੱਧਰ ਪੂਰਾ ਜੁੜ ਗਿਆ ਮਾਇਆ ਦੇ ਨਾਲ, ਇੱਧਰ ਸੁੱਖ ਸਹੂਲਤਾਂ ਦੇ ਨਾਲ। ਉੱਧਰੋਂ ਭੁੱਲਦਾ ਜਾਂਦਾ ਤੇ ਇੱਧਰ ਜੁੜਦਾ ਜਾਂਦਾ। ਫਿਰ ਉਹੀਓ ਜਦੋਂ ਸੁੱਖ ਸਹੂਲਤਾਂ ਪਹਿਲਾਂ ਪੂਰੀਆਂ ਦਿੰਦੇ ਆ ਫਿਰ ਹੌਲੀ ਹੌਲੀ ਉਹਦੇ ਨਾਲ ਗੁੱਸੇ ਹੋਣਾ ਵੀ ਸ਼ੁਰੂ ਹੋ ਜਾਂਦਾ। ਉਹ ਜਾਣੀ ਕਿ ਜਿਉਂ ਇੱਧਰ ਮਾਇਆ ਦੇ ਨਾਲ ਜੁੜਦਾ ਜਾਂਦਾ ਤੇ ਉਹ ਫਿਰ ਕਾਲ ਜਿਹੜਾ ਇਹ ਮਾਇਆ ਖੇਲਦੀ ਵੀ ਤਾਂ ਕਿ ਇਹਨੂੰ ਦੇਖਣੇ ਆ ਵੀ ਇਹ ਮਾਲਕ ਨੂੰ ਚੇਤੇ ਕਰਦਾ ਜਾਂ ਇੱਧਰ ਖਿਡੌਣਿਆਂ ਵਾਸਤੇ ਵੀ ਪੂਰਾ ਇੱਧਰ ਹੀ ਪਿਆਰ ਪੈ ਗਿਆ। ਉਹ ਫਿਰ ਜਦੋਂ ਕੋਈ ਚੀਜ਼ ਨਹੀਂ ਦਿੰਦੇ ਉਹ ਰੋਣ ਲੱਗ ਜਾਂਦਾ ਬੱਚਾ ਵੀ ਮੈਨੂੰ ਦਿਓ ਜੀ ਆ ਚਾਹੀਦਾ। ਤੇ ਉਹ ਫਿਰ ਮਾਇਆ ਦੇਖਦੀ ਕਾਲ ਵੀ ਹਾਂ ਵੀ ਹੁਣ ਇੱਧਰ ਪਿਆਰ ਪੈ ਗਿਆ ਖਿਡੌਣਿਆਂ ਦੇ ਨਾਲ। ਹੁਣ ਮਾਲਕ ਨੂੰ ਨਹੀਂ ਚੇਤੇ ਕਰੇਗਾ, ਹੁਣ ਖਿਡੌਣਿਆਂ ਦੀ ਖਾਤਰ ਹੀ ਇੱਧਰ ਸਾਰਾ ਕੁਛ ਕਰੇਗਾ। ਉਹ ਫਿਰ ਜਿਉਂ ਵੱਡਾ ਹੁੰਦਾ ਜਾਂਦਾ ਪਹਿਲਾਂ ਛੋਟੇ ਖਿਡੌਣੇ ਫਿਰ ਵੱਡੇ ਦੇਈ ਜਾਂਦਾ ਵੀ ਇੱਧਰ ਤਾਂ ਕਿ
ਖਿਡੌਣਿਆਂ ਦੇ ਨਾਲ ਹੀ ਖੇਡਦਾ ਰਹੇ, ਮਾਲਕ ਨੂੰ ਚੇਤੇ ਨਾ ਕਰੇ ਪਰਮਾਤਮਾ। ਹੁਣ ਇਸ ਤਰ੍ਹਾਂ ਫਿਰ ਇਹ ਮਾਇਆ ਜਾਲ ਵਿਛਾ ਕੇ ਸਾਡਾ ਇੱਧਰ ਮਾਇਆ ਦੇ ਨਾਲ ਹੀ ਮੋਹ ਪੈ ਜਾਂਦਾ, ਪਿਆਰ ਪੈ ਜਾਂਦਾ, ਅਤੇ ਅਸੀਂ ਇਹਨਾਂ ਝੂਠੇ ਬੰਧਨਾਂ ਦੇ ਵਿੱਚ ਵੱਜ ਜਾਂਦਾ ਮਨ। ਅਤੇ ਜਦੋਂ ਝੂਠੇ ਬੰਧਨਾਂ 'ਚ ਵੱਜਦਾ ਫਿਰ ਦੁਖੀ ਹੁੰਦਾ। ਸਤਿਗੁਰੂ ਫਿਰ ਇੱਥੇ ਸਮਝਾਉਂਦੇ ਵੀ ਇਸ ਸੰਸਾਰ ਦੇ ਵਿੱਚ ਜਦੋਂ ਤੂੰ ਆਏ ਇਕੱਲਾ ਹੈ, ਅਤੇ ਇਕੱਲੇ ਨਹੀਂ ਇੱਥੋਂ ਵਾਪਸ ਜਾਣਾ, ਸਿਰਫ ਸੰਜੋਗ ਹੈ। ਅਤੇ ਮਨ ਦਾ ਇੱਥੇ ਕੋਈ ਕਿਸੇ ਦਾ ਨਹੀਂ ਹੈ, ਸਿਰਫ ਇਹ ਸਰੀਰ ਕਰਕੇ ਅਸੀਂ ਇੱਕ ਦੂਸਰੇ ਨੂੰ ਜਾਣਦੇ। ਜਿਹੜਾ ਮਨ ਹੈ ਨਾ ਤਾਂ ਜੀਵ ਨੂੰ ਆਪਦੇ ਮਨ ਦਾ ਪਤਾ ਹੈ, ਅਤੇ ਨਾ ਹੀ ਜਿਹੜਾ ਆਪਦੇ ਮਨ ਦਾ ਨਹੀਂ ਪਤਾ ਅਤੇ ਉਹਨੂੰ ਦੂਸਰੇ ਦੇ ਮਨ ਦਾ ਵੀ ਨਹੀਂ ਪਤਾ ਵੀ ਇਹ ਕੌਣ ਹੈ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਆਪੋ ਆਪਣਾ ਹੈ ਖੇਲ, ਇਹ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ। ਹੁਣ ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ ਅਤੇ ਸਤਿਗੁਰੂ ਕਹਿੰਦੇ ਵੀ ਇਕੱਲੇ ਇਕੱਲਿਆਂ ਦਾ ਇਹ ਖੇਲ ਆਪੋ ਆਪਣਾ। ਵੀ ਜਦੋਂ ਅਸੀਂ ਆਏ ਹਾਂ ਇਕੱਲੇ ਹੀ ਆਏ ਹਾਂ ਅਤੇ ਇਕੱਲਿਆਂ ਨੇ ਇੱਥੋਂ ਵਾਪਸ ਜਾਣਾ, ਅਤੇ ਰੋਜ਼ ਦੀ ਰੋਜ਼ ਆਪਾਂ ਦੇਖਦੇ ਹਾਂ। ਹੁਣ ਜਦੋਂ ਆਪਾਂ ਦਿਨ ਦੇ ਸਮੇਂ ਆਉਂਦੇ ਹਾਂ ਇਕੱਲੇ ਆਉਂਦੇ ਹਾਂ, ਅਤੇ ਜਦੋਂ ਜਾਣਾ ਹੁਣ ਇਕੱਲਿਆਂ ਨਹੀਂ ਵਾਪਸ ਜਾਣਾ। ਸੋ ਇਹ ਨਿੱਤ ਦੀ ਨਿੱਤ ਰੋਜ਼ ਦੀ ਰੋਜ਼ ਦਾ ਖੇਲ ਹੈ। ਸਵੇਰੇ ਆਉਣਾ ਅਤੇ ਰਾਤ ਨੂੰ ਵਾਪਸ ਚਲੇ ਜਾਣਾ। ਹੁਣ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਸਾਡਾ ਸੰਜੋਗ ਹੈ ਵੀ ਇਹ ਸਦੀਵੀ ਨਹੀਂ ਹੈ। ਇਹ ਨਹੀਂ ਸੋਚਣਾ ਵੀ ਹੁਣ ਸਾਡਾ ਸੰਜੋਗ ਜੁੜ ਗਿਆ ਵੀ ਹੁਣ ਅਸੀਂ ਵਿਛੜਨਾ ਹੀ ਨਹੀਂ। ਮਹਾਰਾਜ ਕਹਿੰਦੇ ਵੀ ਦਿਨ ਦੇ ਸਮੇਂ ਇਹ ਮਾਇਆ ਦੇ ਘਰ 'ਚ ਸੰਜੋਗ ਹੈ ਅਤੇ ਮੁੜ ਕੇ ਵਿਯੋਗ ਹੋ ਜਾਣ। ਜਿਵੇਂ ਆਪਾਂ ਦਿਨੇ ਆ ਕੇ ਸੰਜੋਗ ਕਰ ਲੈਂਦੇ ਹਾਂ, ਕਹਿੰਦੇ ਹਾਂ ਵੀ ਇਹ ਸਾਡਾ ਪਰਿਵਾਰ ਹੈ ਜੀ, ਇਹ ਮੇਰੇ ਮਾਂ ਪਿਓ ਨੇ, ਇਹ ਮੇਰੇ ਭੈਣ ਭਰਾ ਨੇ, ਇਹ ਮੇਰੇ ਬੱਚੇ ਧੀਆਂ ਪੁੱਤਰ ਨੇ। ਜਦੋਂ ਰਾਤ ਹੁੰਦੀ ਹੈ ਆਪਾਂ ਆਪਦੇ ਦੇਸ਼ ਨੂੰ ਮੁੜ ਜਾਂਦੇ ਹਾਂ, ਉਦੋਂ ਸਾਨੂੰ ਕੋਈ ਨਹੀਂ ਗਿਆਨ ਰਹਿੰਦਾ ਵੀ ਸਾਡਾ ਕਿਹੜਾ ਪਰਿਵਾਰ ਹੈ, ਕੌਣ ਸਾਡੇ ਮਾਂ ਪਿਓ ਨੇ, ਕੌਣ ਸਾਡੇ ਭੈਣ ਭਰਾ ਨੇ, ਕਿੰਨੇ ਸਾਡੇ ਧੀਆਂ ਪੁੱਤਰ ਨੇ, ਸਭ ਭੁੱਲ ਜਾਂਦਾ ਸੀ। ਹੋ ਗਈ ਬਈ ਵਿਯੋਗ ਹੋ ਗਏ। ਹੁਣ ਸਤਿਗੁਰੂ ਕਹਿੰਦੇ ਵੀ ਅਸਲ ਪ੍ਰੇਮ ਸਾਡਾ ਫੇਰ ਹੈ ਜੇ ਅਸੀਂ ਜਿਹੜਾ ਇਹਦੇ ਅੰਦਰ ਵੱਸਦਾ ਕਿ ਜੇ ਉਹਨੂੰ ਪਹਿਚਾਣੀਏ। ਵੀ ਜਿਹੜਾ ਦਿਨੇ ਆਉਂਦਾ ਹੈ ਇਹ ਸਰੀਰ ਨੂੰ ਲੈ ਕੇ ਚੱਲਦਾ ਹੈ, ਇਹ ਜਦੋਂ ਰਾਤ ਹੁੰਦੀ ਹੈ ਸਰੀਰ ਨੂੰ ਛੱਡ ਦਿੰਦਾ ਹੈ ਅਤੇ ਆਪਦੇ ਦੇਸ਼ ਨੂੰ ਚਲਾ ਜਾਂਦਾ। ਵੀ ਉਹਦੀ ਪਹਿਚਾਣ ਕਰੋ, ਉਹ ਕੌਣ ਹੈ? ਉਹ ਹੈ ਮਨ। ਉਹ ਜਿਹੜਾ ਮਨ ਹੈ ਉਹ ਜੋਤ ਸਰੂਪ ਹੈ, ਉਹ ਪ੍ਰਕਾਸ਼ ਰੂਪ ਹੈ। ਹੁਣ ਉਹਦੀ ਪਹਿਚਾਣ ਅਸੀਂ ਤਾਂ ਕਰ ਸਕਦੇ ਹਾਂ ਜੇ ਸਾਨੂੰ ਪਹਿਲਾਂ ਆਪਣੇ ਆਪੇ ਦੀ ਪਹਿਚਾਣ ਹੋਏਗੀ ਵੀ ਅਸੀਂ ਕੌਣ। ਜਦੋਂ ਸਾਨੂੰ ਆਪਦੇ ਆਪੇ ਦੀ ਪਹਿਚਾਣ ਹੋਊਗੀ ਫਿਰ ਅਸੀਂ ਹੋਰਾਂ ਦੀ ਵੀ ਪਹਿਚਾਣ ਕਰ ਲਾਂਗੇ ਵੀ ਜਿਹੜੇ ਸਾਡੇ ਸੰਜੋਗੀ ਨੇ ਇਹ ਕੌਣ ਨੇ, ਕਿੱਥੋਂ ਸਾਡੇ ਸੰਜੋਗ ਜੁੜੇ ਨੇ, ਕਿੱਥੇ ਕਿੱਥੇ ਅਸੀਂ ਰਹੇ, ਕਿਵੇਂ ਪਹਿਲਾਂ ਵੀ ਸੰਜੋਗ ਜੁੜਦੇ ਰਹੇ ਫਿਰ ਵਿਯੋਗ ਹੋ ਜਾਂਦਾ, ਹੁਣ ਫਿਰ ਸੰਜੋਗ ਜੁੜੇ, ਕਿਵੇਂ ਜੁੜੇ। ਫਿਰ ਸਾਨੂੰ ਉਹਦੀ ਪਹਿਚਾਣ ਹੋ ਜਾਏਗੀ ਜਿਹੜਾ ਇਹਦੇ ਅੰਦਰ ਵਸ ਮਨ। ਅਤੇ ਜਦੋਂ ਉਹਦੀ ਪਹਿਚਾਣ ਹੋ ਗਈ ਫਿਰ ਅਸੀਂ ਉਹਦੇ ਨਾਲ ਪ੍ਰੇਮ ਕਰਾਂਗੇ ਵੀ ਸਾਡਾ ਸੰਜੋਗੀ ਕੌਣ ਹੈ? ਮਨ। ਵੀ ਸਾਡਾ ਭਾਈ ਹੈ,
ਕਿਉਂਕਿ ਅਸੀਂ ਇੱਕੋ ਮਾਂ ਪਿਓ ਦੇ ਬੱਚੇ ਹਾਂ ਤੇ ਸਾਰੇ ਆਪਸ ਵਿੱਚ ਭਾਈ ਭਾਈ। ਭਾਈ ਉਹ ਮਹਾਰਾਜ ਕਹਿੰਦੇ ਇੱਕ ਪਿਤਾ ਇੱਕ ਸਕੀਹਾ ਮੁਬਾਰਕ। ਹੁਣ ਜਿੱਦਾਂ ਦਾ ਸਾਡਾ ਮਾਂ ਪਿਓ ਹੈ ਉਹਦਾ ਦੇ ਅਸੀਂ ਉਹਦੇ ਬੱਚੇ। ਉਹ ਪ੍ਰਕਾਸ਼ ਰੂਪ ਹੈ ਸਾਡਾ ਮਾਤਾ ਪਿਤਾ ਵਾਹਿਗੁਰੂ, ਤੇ ਆਪਾਂ ਵੀ ਪ੍ਰਕਾਸ਼ ਰੂਪ ਜਿੱਦਾਂ ਦਾ ਉਹ ਹੈ ਉਹਦਾ ਦੇ ਹੀ ਆਪਾਂ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜਦੋਂ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਜਾਏਗੀ, ਸਾਡੇ ਤੇ ਅਬਨਾਸੀ ਮਾਲਕ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਮਾਰੇ ਫਰਮਾਉਂਦੇ ਨਾਨਕ ਗੁਰਮੁਖ ਆਪ ਪਛਾਣੀ, ਪ੍ਰਭ ਜੈਸੇ ਅਬਨਾਸੀ। ਬਈ ਫਰਕ ਉਹਨਾਂ ਸਮਾਂ ਹੀ ਹੈ ਜਿੰਨਾ ਸਮਾਂ ਸਾਨੂੰ ਆਪਣੇ ਆਪੇ ਦੀ ਪਹਿਚਾਣ ਨਹੀਂ, ਅਸੀਂ ਆਪਦੇ ਆਪ ਨੂੰ ਵੀ ਸਰੀਰ ਸਮਝਦੇ ਤੇ ਉਹਨਾਂ ਸਮਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਵੱਖਰੇ ਹਾਂ, ਦੂਜਾ ਵੱਖਰਾ, ਤੀਜਾ ਕੋਈ ਵੱਖਰਾ ਹੈ, ਚੌਥਾ ਵੱਖਰਾ ਹੈ, ਪਰਮਾਤਮਾ ਵੱਖਰਾ ਹੈ। ਤੇ ਜਦੋਂ ਸਾਨੂੰ ਆਪਣੇ ਆਪੇ ਦੀ ਪਹਿਚਾਣ ਹੋ ਗਈ ਫਿਰ ਸਾਨੂੰ ਪਤਾ ਲੱਗਦਾ ਹੈ ਵੀ ਸਾਡੇ ਤੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ ਹੈ, ਵੀ ਅਸੀਂ ਪਰਮਾਤਮਾ ਦੇ ਬੱਚੇ ਤੇ ਉਹਦੇ ਹੀ ਰੂਪ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜਦੋਂ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਜਾਏਗੀ ਫਿਰ ਅਸੀਂ ਸਾਰਿਆਂ ਦੇ ਵਿੱਚ ਹੀ ਪਹਿਚਾਣ ਕਰ ਲਾਂਗੇ। ਫਿਰ ਅਸੀਂ ਆਪਦੇ ਜਿਹੜੇ ਸੰਜੋਗੀ ਉਹਨਾਂ ਦੀ ਵੀ ਪਹਿਚਾਣ ਕਰ ਲਾਂਗੇ ਵੀ ਇਹ ਕੌਣ ਨੇ। ਸੋ ਤਾਂ ਕਰਕੇ ਫਿਰ ਮਨ ਨੂੰ ਸਮਝਾਉਂਦੇ ਬਈ ਤੂੰ ਸੁੱਤਾ ਨਾ ਰਹੇ, ਤੂੰ ਭਰਮ 'ਚ ਨਾ ਰਹੇ, ਤੂੰ ਆਪਣੇ ਆਪੇ ਦੀ ਪਹਿਚਾਣ ਕਰ। ਮਹਾਰਾਜ ਇਸ ਲਈ ਫਰਮਾਉਂਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਈ ਤੂੰ ਜੋਤ ਸਰੂਪ ਪ੍ਰਕਾਸ਼ ਰੂਪ ਹੈ, ਤੂੰ ਪਹਿਚਾਣ ਕਰ ਆਪਣੇ ਆਪੇ ਦੀ ਤੇ ਆਪਦੇ ਮੂਲ ਦੀ। ਹੁਣ ਜਿਵੇਂ ਮਨ ਜੋਤ ਸਰੂਪ ਹੈ ਇਸੇ ਤਰ੍ਹਾਂ ਹੀ ਪਰਮਾਤਮਾ ਵੀ ਜੋਤ ਸਰੂਪ ਹੈ, ਮਾਲਕ ਵੀ ਪ੍ਰਕਾਸ਼। ਮਨ ਨੂੰ ਵੀ ਆਰਸੀ ਕਹਿੰਦੇ, ਆਰਸੀ ਹੁੰਦਾ ਸ਼ੀਸ਼ਾ। ਮਾਰੇ ਕਹਿੰਦੇ ਮਨ ਆਰਸੀ ਉਹ ਗੁਰਮੁਖ ਦੇਖੀ, ਵੀ ਕੋਈ ਗੁਰਮੁਖ ਹੀ ਇਹ ਆਰਸੀ ਮਨ ਨੂੰ ਦੇਖਦਾ, ਆਪਣੇ ਆਪੇ ਦੀ ਪਹਿਚਾਣ ਕਰਦਾ। ਤੇ ਇਸੇ ਤਰ੍ਹਾਂ ਹੀ ਮਾਲਕ ਪਰਮਾਤਮਾ ਉਹਨੂੰ ਵੀ ਆਰਸੀ ਵੀ ਸ਼ੀਸ਼ੇ ਵਰਗਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਸਮਝਾਉਂਦੇ ਸੋ ਤੁਮਹੀ ਮੈਂ ਵਸੇ ਨਿਰੰਤਰ, ਨਾਨਕ ਦਰਪਨ ਨੇ ਆਈ। ਵੀ ਦਰਪਨ ਹੁੰਦਾ ਸ਼ੀਸ਼ਾ ਤੇ ਉਹ ਸਾਡੇ ਵਿੱਚ ਹੀ ਵੱਸਦਾ, ਸੀ ਉਹਦੇ ਵਿੱਚ ਵੱਸਦੇ। ਮਹਾਰਾਜ ਕਹਿੰਦੇ ਵੀ ਸ਼ੀਸ਼ੇ ਵਰਗਾ, ਦਰਪਨ ਵਰਗਾ। ਹੁਣ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਮਾਲਕ ਵੀ ਉਹੇ ਜਿਹੇ ਤੇ ਅਸੀਂ ਵੀ ਉਹੀ ਜਿਹੀ ਹਾਂ। ਗੁਰਬਾਣੀ ਗੁਰੂ ਵਿੱਚ ਸਾਨੂੰ ਫਿਰ ਪਹਿਚਾਣ ਹੀ ਕਰਾਈ ਆ ਨਾ, ਜਿਵੇਂ ਪਰਮਾਤਮਾ ਦੀ ਜਾਣ ਪਹਿਚਾਣ ਕਰਾਈਏ ਤੇ ਨਾਲ ਹੀ ਫਿਰ ਸਾਨੂੰ ਆਪਣੇ ਆਪੇ ਦੀ ਪਹਿਚਾਣ ਕਰਾਉਂਦੇ ਵੀ ਤੁਸੀਂ ਵੀ ਪਹਿਚਾਣੋ ਆਪਣੇ ਆਪ ਨੂੰ, ਵੀ ਤੁਸੀਂ ਵੀ ਪ੍ਰਕਾਸ਼ ਰੂਪ ਹੋ, ਇਹ ਮਾਲਕ ਵੀ ਪ੍ਰਕਾਸ਼ ਰੂਪ। ਹੁਣ ਜਦੋਂ ਫਿਰ ਮਨ ਆਪਣਾ ਆਪਣੇ ਆਪੇ ਦੀ ਪਹਿਚਾਣ ਕਰ ਲੈਂਦਾ ਹੈ, ਜਾਗ ਪੈਂਦਾ ਹੈ, ਫਿਰ ਮਾਲਕ ਦੇ ਸਨਮੁਖ ਹੋ ਕੇ ਫਿਰ ਇਹ ਕਹਿੰਦਾ ਹੈ ਸੋਹੰ, ਵੀ ਜੋ ਤੂੰ ਹੈ ਉਹੀਓ ਮੈਂ। ਦੱਸ ਤੇਰੇ ਤੇ ਮੇਰੇ ਵਿੱਚ ਕੀ ਫਰਕ ਹੈ, ਕੀ ਅੰਤਰ? ਮਾਲਕ ਕਹਿੰਦਾ ਵੀ ਕੋਈ ਵੀ ਨਹੀਂ, ਵੀ ਤੁਸੀਂ ਮੇਰੇ ਬੱਚੇ, ਮੇਰਾ ਹੀ ਤਾਂ ਰੂਪ ਹੋ, ਤੁਹਾਡੇ ਤੇ ਮੇਰੇ 'ਚ ਕੋਈ ਫਰਕ ਹੀ ਨਹੀਂ ਹੈ। ਸੋ ਇਸ ਵਾਸਤੇ ਫਿਰ ਇਹ ਜਾਪ ਕਿੱਥੇ ਹੁੰਦਾ ਹੈ ਸੋਹੰਗ? ਜਦੋਂ ਅਸੀਂ ਮਾਲਕ ਨੂੰ, ਜੋ ਸਾਰੇ ਬ੍ਰਹਿਮੰਡ ਦੇ ਵਿੱਚ ਜਿਹਦਾ ਪ੍ਰਕਾਸ਼, ਉਹਨੂੰ ਇਹ ਪਿੰਡ ਦੇ ਵਿੱਚ ਵੀ ਦੇਖ ਲੈਂਦੇ ਵੀ ਸਾਡੇ ਪਿੰਡ ਦੇ ਵਿੱਚ ਵੀ ਉਹੀ ਹੈ ਜੋ ਬਾਹਰ ਹੈ, ਜੋ ਸਾਡੇ ਅੰਦਰ ਹੈ।
ਇਹ ਸਭ ਤੋਂ ਜਿਹੜਾ ਤੀਰਥ ਜਿਹਨੂੰ ਆਤਮ ਤੀਰਥ ਆਖੀ, ਤੇ ਉੱਥੇ ਜਾ ਕੇ ਸਾਡਾ ਮਨ ਜਦੋਂ ਬਹਿੰਦਾ ਉਹ ਤੀਰਥ ਤੇ ਉਦੋਂ ਇਹਨੂੰ ਪਰਮਹੰਸ ਕਹਿੰਦੇ। ਬਈ ਉਦੋਂ ਕਹਿੰਦੇ ਵੀ ਇਹਦੇ ਤੇ ਮਾਲਕ 'ਚ ਕੋਈ ਫਰਕ ਨਹੀਂ। ਮਹਾਰਾਜ ਕਹਿੰਦੇ ਜੋ ਬ੍ਰਹਿਮੰਡ ਪਿੰਡ ਸੋ ਜਾਨ, ਮਾਨ ਸਰੋਵਰ ਕਰ ਇਸ਼ਨਾਨ, ਸੋ ਹੰ ਸੋ ਤਾਕੋ ਹੈ ਜਾਪ, ਜਾ ਕੋ ਲਿਪਤ ਨਾ ਹੋਏ ਪੁੰਨ ਔਰ ਪਾਪ। ਬਈ ਜਦੋਂ ਸਾਡਾ ਮਨ ਉੱਥੇ ਚਲਾ ਗਿਆ, ਮਾਨ ਸਰੋਵਰ ਸੀ, ਜਿਹਨੂੰ ਤੀਰਥ ਦਾ ਨਾਂ ਦਿੱਤਾ ਵੀ ਜਿੱਥੇ ਹੰਸ ਰੂਹਾਂ ਜਾਂਦੀਆਂ। ਹੁਣ ਉੱਥੇ ਫਿਰ ਕਹਿੰਦੇ ਵੀ ਇਹ ਸੋਹੰ ਦਾ ਜਾਪ, ਵੀ ਜੋ ਮਾਲਕ ਹੈ ਉਹੀਓ ਫਿਰ ਉੱਥੇ ਮਨ ਕਹਿੰਦਾ ਵੀ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਸੋ ਉੱਥੇ ਜਾ ਕੇ ਫਿਰ ਸਾਡੇ ਮਨ ਨੂੰ ਇਹ ਪਾਪ ਨਹੀਂ ਲੱਗਦਾ। ਸੰਸਾਰ ਦੇ ਵਿੱਚ ਜਿਹੜੇ ਪਾਪ ਪੁੰਨ ਇਹ ਵਿਚਾਰਾਂ 'ਚ, ਤ੍ਰੈ ਗੁਣਾਂ ਦੇ ਵਿੱਚ ਇਹ ਪਾਪ ਹੈ ਜਾਂ ਅਸੀਂ ਕਹਿੰਦੇ ਹਾਂ ਪੁੰਨ ਨੇ। ਇਹ ਇੱਕ ਵਿਚਾਰ ਨੇ ਔਰ ਨਹੀਂ। ਹੁਣ ਸਾਰਾ ਸੰਸਾਰ ਇਹਦੇ ਵਿੱਚ ਹੀ ਵੱਜਿਆ ਹੋਇਆ, ਪਾਪ ਪੁੰਨ ਦੇ ਵਿੱਚ, ਚੰਗੀ ਮਾੜੀ ਵਿੱਚ। ਤੇ ਜਿਹੜਾ ਫਿਰ ਗੁਰਮੁਖ ਉਹ ਇਹਨਾਂ ਦੋਵਾਂ ਤੋਂ ਹੀ ਉੱਪਰ ਚਲਾ ਜਾਂਦਾ। ਮਾਰੇ ਕਹਿੰਦੇ ਦੁਕ੍ਰਿਤ ਸੁਕ੍ਰਿਤ ਮਧੇ ਸੰਸਾਰ ਸਗਲਾਣਾ, ਦੋਹੂ ਤੇ ਰਹਿਤ ਭਗਤ ਹੈ ਉਹ ਵਿਰਲਾ ਜਾਣ। ਬਈ ਜਿਹੜਾ ਭਗਤ ਉਹ ਇਹਨਾਂ ਪਾਪਾਂ ਤੋਂ ਉੱਤੇ, ਉਹਨੂੰ ਇਹ ਪਾਪ ਨਹੀਂ ਲੱਗਦੀ। ਇਹ ਪਾਪ ਪੁੰਨ ਜਿਹੜੇ ਇਹ ਤ੍ਰੈ ਗੁਣਾਂ ਦੇ ਵਿੱਚ ਨੇ, ਵਿਚਾਰਾਂ ਦੇ ਵਿੱਚ। ਫੁਰਨਿਆਂ 'ਚ ਜਦੋਂ ਅਸੀਂ ਚੱਲਦੇ ਹਾਂ ਤ੍ਰੈ ਗੁਣਾਂ 'ਚ, ਉਦੋਂ ਅਸੀਂ ਕਹਿੰਦੇ ਹਾਂ ਵੀ ਆਹ ਪਾਪ ਹੋ ਗਏ, ਆਹ ਪੁੰਨ ਹੋ ਗਈ, ਆਹ ਚੰਗਾ ਕੀਤਾ, ਆਹ ਮਾੜਾ ਕੀਤਾ। ਤੇ ਜਿਹੜਾ ਭਗਤ ਸਤਿਗੁਰੂ ਕਹਿੰਦੇ ਉਹ ਇਹਨਾਂ ਦੋਵਾਂ ਤੋਂ ਉੱਤੇ, ਚੰਗੇ ਮਾੜੇ ਤੋਂ, ਪਾਪ ਪੁੰਨ ਤੋਂ ਉੱਤੇ ਚਲਾ ਜਾਂਦਾ। ਇਸ ਕਰਕੇ ਫਿਰ ਭਗਤਾਂ ਨੇ ਆਖਿਆ ਪਾਪ ਪੁੰਨ ਦੋਈ ਇੱਕ ਸਮਾਨ, ਦੋਵੇਂ ਇੱਕੋ ਜਿਹੀ ਵੀ ਵਿਚਾਰਾਂ 'ਚ ਨੇ। ਹੁਣ ਸੰਸਾਰ ਦੇ ਵਿੱਚ ਜੀਵ ਵਿਚਾਰਾਂ ਦੇ ਵਿੱਚ ਹੋਣ ਕਰਕੇ ਤ੍ਰੈ ਗੁਣਾਂ ਦੇ ਵਿੱਚ ਇਹ ਖੇਲ ਚੱਲਦਾ। ਹੁਣ ਜੇ ਅਸੀਂ ਆਖੀਏ ਵੀ ਕੋਈ ਜੀਵ ਬਹੁਤ ਪੁੰਨ ਕਰਦਾ ਜੀ, ਵੀ ਉਹ ਪੁੰਨ ਹੀ ਕਰੀ ਜਾਂਦਾ, ਵੀ ਉਹ ਪਾਪ ਨਹੀਂ ਕਰਦਾ, ਇਹ ਹੋ ਨਹੀਂ ਸਕਦਾ। ਕਿਉਂਕਿ ਵਿਚਾਰ ਬਦਲ ਜਾਂਦੇ। ਜੇ ਕੋਈ ਪਾਪੀ ਵੀ ਹੈ ਤੇ ਉਹ ਹਰ ਸਮੇਂ ਨਹੀਂ ਪਾਪ ਕਰਦਾ ਰਹਿੰਦਾ, ਹਰ ਸਮੇਂ ਮਾੜੇ ਕੰਮ ਨਹੀਂ ਕਰਦਾ ਰਹਿੰਦਾ, ਉਹ ਵੀ ਵਿੱਚੋਂ ਉਹਦਾ ਸੁਭਾਅ ਵੀ ਕਈ ਵਾਰੀ ਬਦਲਦਾ, ਉਹ ਵੀ ਸਤੋ ਗੁਣ 'ਤੇ ਆ ਜਾਂਦਾ, ਉਹ ਵੀ ਪੁੰਨ ਦਾਨ ਕਰ ਲੈਂਦਾ। ਤੇ ਜੇ ਕੋਈ ਸਤੋ ਗੁਣੀ ਹੈ ਤੇ ਉਹ ਵੀ ਸਦਾ ਸਤੋ ਗੁਣ 'ਤੇ ਨਹੀਂ ਬੈਠਾ ਰਹਿੰਦਾ, ਉਹਨੂੰ ਵੀ ਗੁੱਸਾ ਆ ਜਾਂਦਾ, ਉਹਦੇ ਅੰਦਰ ਵੀ ਹਉਮੈ ਆ ਜਾਂਦੀ, ਹੰਕਾਰ ਆ ਜਾਂਦਾ, ਉਹ ਵੀ ਪਾਪ ਕਰਨਾ ਸ਼ੁਰੂ ਕਰ ਦਿੰਦਾ। ਮਤਲਬ ਕਿ ਵੀ ਇਹ ਜਿਹੜੇ ਪਾਪ ਪੁੰਨ ਇਹ ਵਿਚਾਰ ਨੇ, ਫੁਰਨੇ। ਤੇ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਇਹ ਵਿਚਾਰਾਂ ਨੂੰ ਹੀ ਮਾਰੋ, ਫੁਰਨਿਆਂ ਨੂੰ ਹੀ ਮਾਰੋ। ਇਹ ਸਾਰਾ ਖੇਲ ਵਿਚਾਰਾਂ ਦਾ ਹੈ। ਦੁੱਖ ਸੁੱਖ, ਪਾਪ ਪੁੰਨ, ਚੰਗਾ ਮਾੜਾ, ਇਹ ਸਭ ਵਿਚਾਰ। ਇਹ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਇੱਕੋ ਸ਼ਬਦ 'ਚ ਕਲੀਅਰ ਕਰਤਾ ਵੀ ਇਹ ਵਿਚਾਰ ਹੀ ਮਾਰ ਦਿਓ, ਵਿਚਾਰ ਹੀ ਖਤਮ ਕਰ ਦਿਓ। ਜੇ ਤੁਸੀਂ ਇਹ ਵਿਚਾਰ ਹੀ ਮਾਰ ਦੋਗੇ ਤੇ ਤੁਸੀਂ ਦੁਬਾਰਾ ਵਾਪਸ ਜੂਨਾਂ 'ਚ ਨਹੀਂ ਆਓਗੇ। ਮਹਾਰਾਜ ਕਹਿੰਦੇ ਵਿਚਾਰ ਮਾਰੀ ਤਾਰੇ ਤਾਰੇ ਉਲਟ ਜੂਨ ਨਾ ਆਵੇ। ਬਈ ਉਲਟ ਕੇ ਵਾਪਸ ਨਹੀਂ ਆਓਗੇ,
ਜੇ ਤੁਸੀਂ ਇਹਨਾਂ ਵਿਚਾਰਾਂ ਨੂੰ ਮਾਰ ਲਿਆ, ਫੁਰਨਿਆਂ ਨੂੰ ਮਾਰ ਲਿਆ, ਤਾਂ ਦੁਬਾਰਾ ਨਹੀਂ ਤੁਹਾਨੂੰ ਆਉਣਾ ਪਏਗਾ। ਹੁਣ ਜੇ ਅਸੀਂ ਵਿਚਾਰ ਤਾਂ ਵਿਚਾਰ ਹੀ, ਚਾਹੇ ਅਸੀਂ ਆਖੀਏ ਵੀ ਅਸੀਂ ਬਹੁਤ ਪੁੰਨ ਕਰਦੇ ਹੈ, ਤਾਂ ਉਹ ਵੀ ਵਿਚਾਰ ਹੀ ਨੇ, ਤੇ ਸਾਨੂੰ ਫੇਰ ਆਉਣਾ ਪੈਣਾ। ਜਿਵੇਂ ਇਹ ਤਰੈ ਗੁਣਾਂ ਨੂੰ ਤਰਲੋਕੀ ਕਹਿੰਦੇ, ਚਾਹੇ ਅਸੀਂ ਸਤੋਗੁਣੀ, ਚਾਹੇ ਅਸੀਂ ਰਜੋਗੁਣੀ, ਚਾਹੇ ਅਸੀਂ ਤਮੋਗੁਣੀ। ਹੁਣ ਜਦ ਤੱਕ ਅਸੀਂ ਨਾਮ ਦੇ ਨਾਲ ਨਹੀਂ ਜੁੜਾਂਗੇ, ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਅਸੀਂ ਇਹ ਤਰਲੋਕੀ 'ਚ ਘੁੰਮੀ ਜਾਵਾਂਗੇ। ਸਤੋਗੁਣ ਹੈ ਤਾਂ ਚੰਗਾ ਹੈ, ਪਰ ਉਹਨੂੰ ਆਕਾਸ਼ ਲੋਕ ਕਹਿੰਦੇ। ਉਹਦਾ ਫਲ ਇੰਨਾ ਕੁ ਹੈ ਵੀ ਸਾਨੂੰ ਆਕਾਸ਼ ਲੋਕ ਦੇ ਵਿੱਚ ਪੰਛੀ ਬਣਾ ਕੇ ਛੱਡ ਦੇਣਗੇ, ਹੋਰ ਇਹ ਤੋਂ ਵੱਧ ਉਹਦਾ ਕੋਈ ਫਲ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਰਾਜ ਵਿਨਾਸੀ ਤਾਮ ਵਿਨਾਸੀ ਸਾਤਕ ਭੀ ਬੇਨਾਦਾ, ਦ੍ਰਿਸ਼ਟ ਮਾਨ ਹੈ ਸਗਲ ਵਿਨਾਸੀ, ਇੱਕ ਸਾਧ ਵਚਨ ਅਗਾਧਾ। ਵੀ ਇਹ ਰਜੋਗੁਣ, ਤਮੋਗੁਣ, ਸਤੋਗੁਣ, ਇਹ ਸਭ ਨਾਸਵਾਨ, ਇਹ ਮਿੱਥੇ ਹੈ। ਸਾਧੂਆਂ ਦੇ ਵਚਨ ਅਟੱਲ, ਵੀ ਜਿਹੜੇ ਮਿਟਦੇ ਨਹੀਂ, ਸਾਧ ਵਚਨ ਅਟਲਾਡਾ। ਵੀ ਜੋ ਵਚਨ ਕਰਦੇ ਉਹ ਵਚਨ ਬਿਲਕੁਲ ਸੱਤ ਨੇ। ਉਹ ਸਾਨੂੰ ਦੱਸਦੇ ਵੀ ਨਾਮ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਵੀ ਜੇ ਅਸੀਂ ਜਨਮ ਮਰਨ ਤੋਂ ਰਹਿਤ ਹੋਣਾ ਚਾਹੁੰਦੇ ਹਾਂ, ਤੇ ਸਾਨੂੰ ਇਹਨਾਂ ਵਿਚਾਰਾਂ ਨੂੰ ਮਾਰਨਾ ਪਏਗਾ, ਤੇ ਸਾਨੂੰ ਨਾਮ ਦੇ ਨਾਲ ਜੁੜਨਾ ਪਏਗਾ। ਜੇ ਅਸੀਂ ਨਾਮ ਦੇ ਨਾਲ ਜੁੜਾਂਗੇ ਤੇ ਅਸੀਂ ਮੁਕਤ ਹੋ ਸਕਦੇ। ਪਰਮਾਤਮਾ ਦੀ ਭਗਤੀ ਕਰਾਂਗੇ ਤੇ ਅਸੀਂ ਮੁਕਤ ਹੋ ਸਕਦੇ, ਨਹੀਂ ਉਹਦਾ ਜੀਵ ਮੁਕਤ ਨਹੀਂ ਹੋ ਸਕਦੇ। ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਜੀਵ ਕੀ ਕਰਦੇ, ਬਹੁਤ ਪੁੰਨ ਦਾਨ ਕਰਦੇ, ਸਮੇਤ ਜੱਗ ਕਰਦੇ, ਜਾਂ ਫਿਰ ਕਹਿੰਦੇ ਵੀ ਜਦੋਂ ਬੱਚੇ ਵੱਡੇ ਹੋ ਜਾਂਦੇ, ਵਿਆਹੀ ਜਾਂਦੇ, ਫਿਰ ਉਹ ਬਜ਼ੁਰਗ ਉਹ ਤੀਰਥਾਂ ਨੂੰ ਚਲੇ ਜਾਂਦੇ। ਵੀ ਜਿਹੜਾ ਅੰਤਲਾ ਸਮਾਂ ਉਹ ਤੀਰਥ 'ਤੇ ਜਾ ਕੇ ਦੇਹ ਛੱਡਾਂਗੇ ਤਾਂ ਮੁਕਤ ਹੋ ਜਾਵਾਂਗੇ, ਜਨਮ ਮਰਨ ਤੋਂ ਰਹਿਤ ਹੋ ਜਾਵਾਂਗੇ। ਉਹ ਫਿਰ ਪੁਰਾਣੇ ਸਮਿਆਂ 'ਚ ਜੀਵ ਇਸੇ ਤਰ੍ਹਾਂ ਕਰਦੇ, ਘਰ-ਬਾਰ ਛੱਡ ਕੇ ਕੋਈ ਜੀਵ ਘੋੜਿਆਂ 'ਤੇ ਚਲੇ ਜਾਂਦੇ, ਵੀ ਤਾਂ ਕਿ ਯਾਤਰਾ 'ਤੇ ਨਿਕਲ ਜਾਂਦੇ ਤੀਰਥਾਂ 'ਤੇ। ਕਈ ਫਿਰ ਤੁਰ ਕੇ ਹੀ ਚੱਲ ਪੈਂਦੇ, ਵੀ ਕਿੱਥੇ ਘੋੜੇ ਸਾਂਭਦੇ ਫਿਰਾਂਗੇ, ਵੀ ਤੁਰ ਕੇ ਹੀ ਚੱਲਦੇ, ਤੁਰੇ ਜਾਂਦੇ, ਵੀ ਜਾ ਕੇ ਤੀਰਥ 'ਤੇ ਉੱਥੇ ਦੇਹ ਛੱਡਾਂਗੇ। ਪਰ ਇੱਦਾਂ ਤੀਰਥ 'ਤੇ ਜਾ ਕੇ ਜੇ ਮਰੀਏ ਵੀ, ਦੇਹ ਵੀ ਛੱਡੀਏ, ਤੇ ਮੁਕਤ ਨਹੀਂ ਹੋ ਸਕਦਾ ਜੀ। ਮਹਾਰਾਜ ਕਹਿੰਦੇ, ਮਨ ਕਾਮਨਾ ਤੀਰਥ ਦੇ ਛੂਟੇ, ਗਰਭ ਗਮਾਨ ਨਾ ਮਨ ਤੇ ਹੂਟੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਮਨ 'ਚ ਕਾਮਨਾ ਵੀ ਤੀਰਥ 'ਤੇ ਜਾ ਕੇ ਦੇਹ ਛੱਡਾਂਗੇ, ਪਰ ਉਹ ਤੀਰਥਾਂ 'ਤੇ ਜਾ ਕੇ ਵੀ ਅੰਦਰੋਂ ਗਮਾਨ, ਹਉਮੈ, ਹੰਕਾਰ ਤਾਂ ਜਾਂਦਾ ਨਾ, ਉਹ ਤਾਂ ਜਿਉਂਦਾ ਤੇ ਉਵੇਂ ਹੀ ਬਣਿਆ ਹੋਇਆ। ਸੋ ਇਸ ਕਰਕੇ ਜਿਹੜੇ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਉਹ ਤੀਰਥ ਜਿਹਦੇ 'ਤੇ ਦੇਹ ਛੱਡੇ ਤੋਂ ਮੁਕਤੀ ਮਿਲਦੀ ਹੈ, ਉਹ ਕਿਤੇ ਬਾਹਰ ਨਹੀਂ, ਉਹ ਸਾਡੇ ਅੰਦਰ ਹੈ। ਉਹ ਤੀਰਥ ਦੇ ਨਾਲ ਸਾਡੀ ਸੁਰਤੀ ਨੇ ਜੁੜਨਾ, ਸਾਡੇ ਮਨ ਨੇ। ਉਹ ਤੀਰਥ ਹੈ ਨਾਮ। ਜੇ ਅਸੀਂ ਨਾਮ ਦੇ ਨਾਲ ਜੁੜਾਂਗੇ ਤੇ ਅਸੀਂ ਕਿਤੇ ਵੀ ਦੇਹ ਛੱਡੀਏ ਸੰਸਾਰ ਦੇ ਵਿੱਚ, ਅਸੀਂ ਮੁਕਤ ਹੋ ਹੀ ਜਾਣਾ। ਤੇ ਜਿਹੜਾ ਅੰਦਰੋਂ ਨਾਮ ਦੇ ਨਾਲ ਜੁੜਿਆ ਨਹੀਂ, ਉਹ ਚਾਹੇ ਤੀਰਥ 'ਤੇ ਚਲਾ ਜਾਵੇ, ਉੱਥੇ ਜਾ ਕੇ ਦੇਹ ਛੱਡ ਦੇਵੇ, ਉਹਨੇ ਤਾਂ ਵੀ ਨਹੀਂ ਮੁਕਤ ਹੋਣਾ, ਕਿਉਂਕਿ ਉਹ ਬੰਧਨਾਂ 'ਚ ਵੱਜਿਆ ਹੋਇਆ, ਵਿਚਾਰਾਂ ਦੇ ਵਿੱਚ, ਮਾਇਆ ਦੇ ਵਿੱਚ, ਜਾਲ ਦੇ ਵਿੱਚ। ਇਸ ਵਾਸਤੇ ਫਿਰ ਸਾਨੂੰ ਸਤਿਗੁਰੂ ਸਮਝਾਉਂਦੇ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ।
ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਬਈ ਜੀਵ ਤੀਰਥਾਂ 'ਤੇ ਜਾਂਦੇ ਇਸ਼ਨਾਨ ਕਰਨ ਜਾਂ ਜਾਂਦੇ ਵੀ ਤੀਰਥਾਂ 'ਤੇ ਦੇਹ ਛੱਡੀਏ ਅਤੇ ਮਾਰੇ ਗਏ ਤੀਰਥ ਦਾ ਨਾਮ ਹੈ ਸਾਡੇ ਅੰਦਰ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਬੇਸ਼ੱਕ ਜੀਵ ਤੀਰਥਾਂ 'ਤੇ ਜਿਵੇਂ ਜਾਂਦੇ, ਬਾਬਾ ਕਬੀਰ ਜੀ ਕਹਿੰਦੇ ਵੀ ਜੀਵ ਗੰਗਾ 'ਤੇ ਜਾਂਦੇ, ਵੀ ਗੰਗਾ ਦਾ ਜਿਹੜਾ ਪਾਣੀ ਉਹ ਨਿਰਮਲ ਹੈ, ਉਹਦੇ 'ਚ ਇਸ਼ਨਾਨ ਕਰਕੇ ਵੀ ਸ਼ਾਇਦ ਅਸੀਂ ਮੁਕਤ ਹੋ ਜਾਵਾਂਗੇ। ਉਹ ਕਹਿੰਦੇ ਇੱਦਾਂ ਮੁਕਤ ਨਹੀਂ ਹੁੰਦਾ, ਚਾਹੇ ਕੋਈ ਗੰਗਾ ਦੇ ਕਿਨਾਰੇ ਜਾ ਕੇ ਘਰ ਪਾ ਲਵੇ, ਉੱਥੇ ਰਹਿਣ ਲੱਗ ਜੀ ਅਤੇ ਰੋਜ਼ ਉਹ ਪਾਣੀ ਪੀਵੇ ਗੰਗਾ ਦਾ, ਪਰ ਜਦ ਤੱਕ ਉਹ ਸਿਮਰਨ ਨਹੀਂ ਕਰਦਾ, ਨਾਮ ਦੇ ਨਾਲ ਨਹੀਂ ਜੁੜਦਾ, ਉਹ ਮੁਕਤ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਕਬੀਰ ਗੰਗਾ ਤੀਰਥ ਘਰ ਕਰੇ ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨ ਮੁਕਤ ਹੋਈ, ਇਉਂ ਕਹਿ ਰਮੇ ਕਬੀਰ। ਵੀ ਇੱਦਾਂ ਥੋੜ੍ਹੀ ਮੁਕਤ ਹੋਈਦਾ ਵੀ ਜੇ ਅਸੀਂ ਆਖੀਏ ਵੀ ਪਾਣੀ ਪੀ ਕੇ ਮੁਕਤ ਹੋ ਜਾਵਾਂਗੇ, ਜਾਂ ਅਸੀਂ ਆਖੀਏ ਵੀ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੀ ਮੈਲ ਲੈ ਜੇਗੀ ਪਾਪਾਂ ਦੀ, ਇੱਦਾਂ ਨਹੀਂ ਲੈਂਦੀ। ਤਾਂ ਇਹੋ ਸਤਿਗੁਰੂ ਕਹਿੰਦੇ ਵੀ ਜੇ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮੁਕਤੀ ਮਿਲਦੀ ਹੋਵੇ ਅਤੇ ਉਹ ਡੱਡੂ ਤਾਂ ਰਹਿੰਦਾ ਹੀ ਪਾਣੀ 'ਚ, ਤਾਂ ਉਹ ਪਾਣੀ 'ਚ ਰਹਿੰਦਾ, ਪਾਣੀ ਪੀਂਦਾ ਵੀ ਹੋਏਗਾ ਹੀ ਵਿੱਚ, ਅਤੇ ਉਹ ਨਹੀਂ ਮੁਕਤ ਹੋ ਜਾਂਦਾ। ਜਲ ਕੇ ਮਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਜੂਨੀ ਆਵੇ। ਸਤਿਗੁਰੂ ਕਹਿੰਦੇ ਵੀ ਨਾਮ ਤੋਂ ਬਿਨਾਂ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾਂਦਾ। ਜਿਵੇਂ ਜਦੋਂ ਬਾਬਾ ਕਬੀਰ ਜੀ ਹੋਏ, ਉਸ ਸਮੇਂ ਜਿਹੜੇ ਵਿਦਵਾਨ ਸੀ ਬ੍ਰਾਹਮਣ, ਉਹਨਾਂ ਨੇ ਸੰਸਾਰ ਦੇ ਵਿੱਚ ਇਹ ਫੈਲਾਇਆ ਹੋਇਆ ਸੀ ਵੀ ਜਿਹੜਾ ਕਾਸ਼ੀ ਦੇ ਵਿੱਚ ਆ ਕੇ ਦੇਹ ਛੱਡਦਾ ਵੀ ਉਹ ਮੁਕਤ ਹੋ ਜਾਂਦਾ। ਅਤੇ ਇੱਕ ਨਗਰ ਹੈ ਮਗਹਰ, ਵੀ ਜਿਹੜਾ ਉੱਥੇ ਦੇਹ ਛੱਡਦਾ ਉਹ ਨਰਕਾਂ ਨੂੰ ਜਾਂਦਾ। ਅਤੇ ਬਾਬਾ ਕਬੀਰ ਜੀ ਸਾਰੀ ਉਮਰ ਤਾਂ ਕਾਸ਼ੀ ਦੇ ਵਿੱਚ ਰਹੇ। ਜਦੋਂ ਉਹਨਾਂ ਨੇ ਦੇਹ ਛੱਡਣੀ ਸੀ, ਸਮਾਂ ਦੇਖਿਆ ਵੀ ਨੇੜੇ ਆ ਗਿਆ, ਉੱਥੇ ਚਲੇ ਗਏ, ਮਗਹਰ ਚਲੇ ਗਏ, ਉੱਥੇ ਜਾ ਕੇ ਉਹਨਾਂ ਨੇ ਦੇਹ ਛੱਡੀ। ਅਤੇ ਉਹਨਾਂ ਨੇ ਫਿਰ ਦੱਸਿਆ ਵੀ ਜਿਹੜਾ ਪਰਮਾਤਮਾ ਦਾ ਭਗਤ ਹੈ, ਉਹ ਚਾਹੇ ਮਗਹਰ ਵਿੱਚ ਦੇਹ ਛੱਡੇ, ਚਾਹੇ ਕਾਸ਼ੀ ਵਿੱਚ ਛੱਡੇ, ਉਹਨੇ ਤਾਂ ਪਰਮਾਤਮਾ ਦੇ ਵਿੱਚ ਹੀ ਲੀਨ ਹੋਣਾ, ਸਮਾਉਣਾ। ਅਤੇ ਜਿਹਨੇ ਭਗਤੀ ਕੀਤੀ ਨਹੀਂ, ਉਹ ਚਾਹੇ ਕਾਸ਼ੀ 'ਚ ਦੇਹ ਛੱਡੇ, ਅਤੇ ਉਹਨੇ ਫਿਰ ਵੀ ਨਹੀਂ ਮੁਕਤ ਹੋਣਾ, ਉਹਨੇ ਫਿਰ ਵੀ ਵਾਪਸ ਜਾਣਾ ਜੂਨਾਂ ਦੇ ਵਿੱਚ ਹੀ। ਇਸ ਵਾਸਤੇ ਫਿਰ ਆਪ ਨੂੰ ਸਮਝਾਉਂਦੇ ਵੀ ਜਿਹੜੇ ਤਾਂ ਗੁਰਮੁਖ ਸਿਮਰਨ ਕਰਦੇ, ਨਾਮ ਦੇ ਨਾਲ ਜੁੜ ਗਏ, ਉਹ ਚਾਹੇ ਕਿਤੇ ਵੀ ਦੇਹ ਛੱਡ ਦੇਣ, ਉਹਨਾਂ ਨੇ ਤਾਂ ਮੁਕਤ ਹੋ ਹੀ ਜਾਣਾ। ਅਤੇ ਜਿਨ੍ਹਾਂ ਨੇ ਸਿਮਰਨ ਕੀਤਾ ਨਹੀਂ, ਭਗਤੀ ਕੀਤੀ ਨਹੀਂ, ਨਾਮ ਦੇ ਨਾਲ ਜੁੜੇ ਨਹੀਂ, ਉਹ ਚਾਹੇ ਕਿਤੇ ਵੀ ਕਹਿਣ ਵੀ ਆਹ ਥਾਂ ਪਵਿੱਤਰ ਹੈ ਜੀ, ਇੱਥੇ ਜਾ ਕੇ ਦੇਹ ਛੱਡਾਂਗੇ, ਅਤੇ ਇੱਦਾਂ ਮੁਕਤ ਨਹੀਂ ਹੋਈ। ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਵੀ ਜੇ ਤੁਸੀਂ ਜੀਵਨ ਮੁਕਤ ਹੋਣਾ ਚਾਹੁੰਦੇ ਹੋ ਅਤੇ ਫਿਰ ਤੁਸੀਂ ਇਹ ਵਿਚਾਰਾਂ ਨੂੰ ਮਾਰੋ। ਇਹ ਵਿਚਾਰਾਂ ਦਾ ਖੇਲ ਹੈ ਸਾਰਾ, ਇਹ ਵਿਚਾਰਾਂ ਨੂੰ ਹੀ ਮਾਇਆ ਕਹਿੰਦੇ। ਵੀ ਇਹਨਾਂ ਵਿਚਾਰਾਂ ਦੇ ਵਿੱਚ, ਬੰਧਨਾਂ ਦੇ ਵਿੱਚ ਬੱਝੇ ਹੋਏ ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ, ਵਾਰ-ਵਾਰ ਆਕਾਰਾਂ ਦੇ ਵਿੱਚ ਆਉਂਦੇ। ਹੁਣ ਬੰਧਨ ਕੀ ਨੇ? ਸਤਿਗੁਰੂ ਕਹਿੰਦੇ ਵੀ ਇਹ ਸਾਰਾ ਪਰਿਵਾਰ, ਕੁਟੁੰਬ, ਇਹ ਸਭ ਸਾਡੇ ਮਨ ਦੇ ਬੰਧਨ ਹੋਣਗੇ। ਬੰਧਨ ਮਾਤ ਪਿਤਾ ਸੁਤ ਬਨਿਤਾ, ਬੰਧਨ ਕਰਮ ਧਰਮ ਹੋਂ ਕਰਤਾ। ਵੀ ਜੀ ਬੰਧਨਾਂ 'ਚ ਵੱਜਿਆ ਹੋਇਆ ਹੀ ਕਹਿੰਦਾ ਵੀ ਇਹ ਮੇਰੇ ਮਾਂ ਪਿਓ, ਭੈਣ ਭਰਾ, ਮੇਰੇ ਬੱਚੇ, ਮੈਂ ਇਹਨਾਂ ਵਾਸਤੇ ਕਰਮ ਕਰਦਾ, ਮੈਂ ਬਹੁਤ ਧਰਮੀ ਹਾਂ, ਮੈਂ ਬਹੁਤ ਚੰਗੇ ਕੰਮ ਕਰਦਾ।
ਇਹ ਸਭ ਸਾਡੇ ਮਨ ਦੀ ਬੰਧਨ ਬਣ ਗਈ, ਅਤੇ ਬੰਧਨਾਂ 'ਚ ਵੱਜੇ ਹੋਏ ਅਸੀਂ ਵਾਪਸ ਫੇਰ ਮੁੜ ਆਉਂਦੇ। ਇਹ ਵਿਚਾਰ ਸਾਨੂੰ ਫੇਰ ਲੈ ਆਉਂਦੇ ਵਾਪਸ ਇੱਧਰ ਮੁੜ ਕੇ। ਰਾਵਾਂ ਨੂੰ ਫਿਰ ਸਮਝਾਉਂਦੇ ਵੀ ਇਹ ਸੰਜੋਗ ਪਤਾ ਨਹੀਂ ਕਿੰਨੀ ਕੁ ਵਾਰ ਸਾਡੀ ਜੁੜੇ, ਕਿੰਨੀ ਕੁ ਵਾਰ ਫਿਰ ਵਿਯੋਗ ਹੋਏ, ਜੁੜ ਜੁੜ ਵਿਛੜੇ, ਵਿਛੜ ਜੁੜੇ। ਵੀ ਇਹ ਕੋਈ ਆਪਾਂ ਪਹਿਲੀ ਵਾਰ ਨਹੀਂ ਮਿਲੇ। ਜਿਹੜੇ ਹੁਣ ਆਪਣੇ ਬੱਚੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਪਤਾ ਨਹੀਂ ਪਹਿਲਾਂ ਆਪਣੇ ਮਾਂ ਪਿਓ ਬਣੇ ਹੋਣੇ, ਆਪਾਂ ਉਹਨਾਂ ਦੇ ਬੱਚੇ ਸੀ। ਜਿਹਨੂੰ ਮਾਰੇ ਕਹਿੰਦੇ ਕੇਤੇ ਆ ਕੇ ਬਾਪ, ਕੇਤੇ ਆ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਆਵਤ ਜਾਵਤ ਗਣਤ ਨਾ ਆਵੇ, ਗਿਣਤੀ ਨਹੀਂ ਹੋ ਸਕਦੀ। ਇੰਨੀ ਕੁ ਵਾਰ ਇਹ ਸਾਡੇ ਸੰਜੋਗ ਜੁੜੇ, ਫਿਰ ਵਿਯੋਗ ਹੋ ਗਏ, ਫਿਰ ਵਿਛੜ ਗਏ। ਇਹ ਆਵਾਂ ਨੂੰ ਮਾਰੇ ਹੀ ਕਹਿੰਦੇ ਵੀ ਇਹ ਅਸੀਂ ਫਿਰ ਵਾਪਸ ਆ ਜਾਂਦੇ, ਇਹ ਬੰਧਨਾਂ 'ਚ ਵੱਜੇ ਹੋਏ ਅਸੀਂ ਦੁਬਾਰਾ ਫਿਰ ਮੁੜ ਆਉਂਦੇ। ਹੁਣ ਆਵਾਂ ਨੂੰ ਫਿਰ ਕਹਿੰਦੇ ਵੀ ਹੁਣ ਉਹ ਸੰਜੋਗ ਜੋੜੋ ਵੀ ਜਿਹੜਾ ਧੁਰ ਦਰਗਾਹ ਤੱਕ ਨਿਭੇ, ਵੀ ਹੁਣ ਅਸੀਂ ਵਿਛੜੀਏ ਨਾ। ਇੱਥੇ ਜੇ ਇਕੱਠੇ ਹਾਂ ਤਾਂ ਅਸੀਂ ਆਪਦੇ ਅਸਲ ਘਰ ਜਾ ਕੇ ਵੀ ਇਕੱਠੇ ਹੋਈਏ। ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਾਲਕ ਦੇ ਗੁਣ ਗਾਓ, ਇਕੱਠੇ ਮਿਲ ਕੇ ਸਿਮਰਨ ਕਰੋ, ਇਹ ਸੰਜੋਗ ਜੋੜੋ। ਰਮਾਉਂਦੇ ਸਹੀ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੀ। ਵੀ ਇਹ ਸੰਜੋਗ ਕਰੋ, ਜਦੋਂ ਅਸੀਂ ਇਕੱਠੇ ਸਿਮਰਨ ਕਰਾਂਗੇ ਤੇ ਸਾਡਾ ਆਤਮਿਕ ਪ੍ਰੇਮ ਪੈ ਜੇ। ਨਹੀਂ ਤਾਂ ਸੰਸਾਰ ਦੇ ਵਿੱਚ ਜਿਹਨੂੰ ਸੰਸਾਰੀ ਜੀ ਪਿਆਰ ਕਹਿੰਦੇ, ਉਹ ਪਿਆਰ ਨਹੀਂ ਹੈ। ਉਹ ਝੂਠੇ ਬੰਧਨਾਂ ਦੇ ਵਿੱਚ ਅਸੀਂ ਇੱਕ ਦੂਸਰੇ ਨਾਲ ਬੱਝੇ ਹੋਏ ਸਵਾਰਥ ਕਰਕੇ। ਅਤੇ ਤਾਈਆਂ ਦਾ ਆਪਾਂ ਦੇਖਦੇ ਸੰਸਾਰ 'ਚ ਲੜਾਈਆਂ ਝਗੜੇ ਨੇ, ਕਾਹਤੋਂ ਨੇ? ਵਿੱਚ ਸਵਾਰਥ, ਤਾਂ ਝਗੜੇ ਹੁੰਦੇ, ਤਾਂ ਲੜਾਈਆਂ ਹੁੰਦੀਆਂ। ਜਿਹਦੇ ਤੱਕ ਤਾਂ ਜੀਵ ਨੂੰ ਸਵਾਰਥ ਹੈ, ਉਹਨੂੰ ਕਹਿੰਦਾ ਵੀ ਮੈਂ ਪਿਆਰ ਕਰਦਾ। ਜਦੋਂ ਦੇਖੇ ਸਵਾਰਥ ਨਹੀਂ ਨਿਕਲਦਾ, ਨਹੀਂ ਪੂਰਾ ਹੁੰਦਾ, ਤੇ ਉਹਦੇ ਉਲਟ ਹੋ ਜਾਂਦਾ, ਉਹਦੇ ਖਿਲਾਫ ਹੋ ਜਾਂਦਾ। ਉਹਨੇ ਵੇਖਾ, ਉਹਨੇ ਮਾੜੇ ਵਚਨ ਬੋਲਣ ਲੱਗ ਜਾਂਦਾ, ਚਾਹੇ ਉਹ ਆਪਣੀ ਮਾਂ ਹੋਵੇ, ਚਾਹੇ ਪਿਓ ਹੋਵੇ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਜਗਤ ਦਾ ਪਿਆਰ, ਜਿਹਨੂੰ ਸੰਸਾਰ ਪਿਆਰ ਕਹਿੰਦਾ, ਇਹ ਝੂਠਾ ਹੈ। ਤਾਂ ਮਾਰੇ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਵੀ ਇੱਥੇ ਸੁੱਖਾਂ ਕਰਕੇ ਜੀਵ ਲੱਗੇ ਨੇ ਇੱਕ ਦੂਸਰੇ ਨਾਲ ਬੱਝੇ ਹੋਏ ਝੂਠੇ ਬੰਧਨਾਂ ਦੇ ਵਿੱਚ, ਵੀ ਇਹ ਤੋਂ ਸਾਨੂੰ ਆਹ ਸੁੱਖ ਮਿਲਦਾ। ਤੇ ਜਦੋਂ ਹੁਣ ਜੀਵ ਨਕਾਰਾ ਹੋ ਜਾਂਦਾ, ਕੰਮ ਕਾਰ ਨਹੀਂ ਕਰ ਸਕਦਾ, ਅਤੇ ਉਦੋਂ ਪਤਾ ਲੱਗ ਜਾਂਦਾ ਵੀ ਇਹ ਤੋਂ ਸਾਨੂੰ ਕੋਈ ਸੁੱਖ ਤਾਂ ਮਿਲਣਾ ਨਹੀਂ, ਅਤੇ ਉਹਦੀ ਕਦਰ ਘੱਟ ਜਾਂਦੀ। ਆਪਾਂ ਦੇਖਦੇ ਸੰਸਾਰ 'ਚ। ਅਤੇ ਤਾਈਓਂ ਸੰਸਾਰ ਦੇ ਵਿੱਚ ਜਦੋਂ ਤਾਂ ਜੀਵ ਜਿਹੜਾ ਕੰਮ ਕਾਰ ਨਹੀਂ ਕਰਦਾ, ਬਜ਼ੁਰਗ ਹੋ ਗਿਆ, ਬੈਠਾ ਹੈ, ਉਹਦੇ ਜਾਣ ਦਾ ਇੰਨਾ ਦੁੱਖ ਨਹੀਂ ਮਨਾਉਂਦੇ। ਉਹਨੂੰ ਕਹਿੰਦੇ ਜਾਣਾ ਹੀ ਸੀ, ਕਿਉਂਕਿ ਉਹ ਤੋਂ ਕੋਈ ਸਵਾਰਥ ਨਹੀਂ ਨਿਕਲਦਾ। ਅਤੇ ਜਿਹੜਾ ਕੋਈ ਕੰਮ ਕਾਰ ਕਰਦਾ, ਜੇ ਉਹ ਚਲਾ ਜਾਵੇ ਤਾਂ ਉਦੋਂ ਬਾਹਲਾ ਰੋਂਦੇ, ਕਿਉਂਕਿ ਉਹ ਸਵਾਰਥ ਸੀ। ਵੀ ਹੁਣ ਕਿਵੇਂ ਚੱਲੂ ਸਾਡਾ ਸਵਾਰਥ, ਕੌਣ ਪੂਰਾ ਕਰੂ? ਉਹ ਜਦੋਂ ਥੋੜ੍ਹੇ ਸਮੇਂ ਬਾਅਦ, ਕਿਉਂਕਿ ਰੁਕਦਾ ਤਾਂ ਹੈ ਨਹੀਂ, ਭਰਮ ਹੁੰਦਾ ਹੈ। ਵੀ ਉਹ ਪਹਿਲਾਂ ਜੀਵ ਨੂੰ ਭਰਮ ਪਿਆ ਹੁੰਦਾ ਵੀ ਮੈਂ ਕਰਦਾ ਅਤੇ ਤਾਂਹੀਓ ਚੱਲਦਾ ਹੈ, ਅਤੇ ਉਹ ਜਦੋਂ ਚਲਿਆ ਜਾਂਦਾ ਥੋੜ੍ਹਾ ਸਮਾਂ ਮਹਿਸੂਸ ਹੁੰਦਾ, ਜਦੋਂ ਬਾਅਦ 'ਚੋਂ ਚੱਲਣ ਲੱਗ ਜਾਂਦਾ ਅਤੇ ਹੌਲੀ ਹੌਲੀ ਉਹਨੂੰ ਵੀ ਭੁੱਲ ਜਾਂਦੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਪਿਆਰ ਜਿਹੜਾ, ਜਿਹਨੂੰ ਸੰਸਾਰ ਪਿਆਰ ਕਹਿੰਦਾ, ਇਹ ਪਿਆਰ ਨਹੀਂ ਹੈ, ਇਹ ਸਵਾਰਥ ਹੈ। ਅਤੇ ਜੋ ਗੁਰਬਾਣੀ ਗੁਰੂ ਵਿੱਚ ਸਾਨੂੰ ਦੱਸੇ ਪ੍ਰੇਮ, ਉਹਨੂੰ ਆਤਮਿਕ ਪ੍ਰੇਮ ਕਹਿੰਦੇ।
ਉਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ। ਜਿਵੇਂ ਗੁਰਮੁਖਾਂ ਨੂੰ ਸਾਡੇ ਨਾਲ ਕੋਈ ਸਵਾਰਥ ਨਹੀਂ ਹੈ। ਹੁਣ ਉਹਨਾਂ ਨੇ ਕਿਹੜਾ ਆਪਾਂ ਤੋਂ ਕੁਛ ਲੈਣਾ ਹੁੰਦਾ, ਉਹ ਆਪਣੇ ਤੇ ਪਰਉਪਕਾਰ ਕਰਦੇ, ਕਿਉਂਕਿ ਪ੍ਰੇਮ ਹੈ। ਬਈ ਸਿਰਫ ਮਨ ਦੇ ਵਿੱਚ ਇਹ ਹੁੰਦਾ ਹੈ ਵੀ ਅਸੀਂ ਇਕੱਠੇ ਮਿਲ ਕੇ ਸਿਮਰਨ ਕਰਕੇ ਮਾਲਕ ਦੇ ਗੁਣ ਗਾ ਕੇ ਆਪਦੇ ਜੀਵਨ ਦਾ ਲਾਹਾ ਕੱਢ। ਹੁਣ ਆਪਾਂ ਸੰਗਤ ਰੂਪ ਵਿੱਚ ਇਕੱਠੇ ਹੁੰਦੇ ਹਾਂ, ਆਪਾਂ ਨੂੰ ਕੋਈ ਇਸ ਸੰਸਾਰ ਦਾ ਕਿਸੇ ਤੱਕ ਥੋੜ੍ਹੀ ਕੋਈ ਸਵਾਰਥ। ਇਹ ਤਾਂ ਸਿਰਫ ਪ੍ਰੇਮ ਹੈ, ਇਹਨੂੰ ਕਹਿੰਦੇ ਆਤਮਿਕ ਪ੍ਰੇਮ, ਵੀ ਜਿਹਦੇ ਵਿੱਚ ਕੋਈ ਸੰਸਾਰੀ ਲੈਣ ਦੇਣ ਨਹੀਂ ਹੁੰਦਾ, ਜਿਹਦੇ ਵਿੱਚ ਕੋਈ ਸੰਸਾਰ ਦਾ ਸਵਾਰਥ ਨਹੀਂ, ਕੋਈ ਸੰਸਾਰ ਦੀ ਮੰਗ ਨਹੀਂ ਹੈ ਵਿੱਚ। ਇਹਨੂੰ ਕਹਿੰਦੇ ਆਤਮਿਕ ਪ੍ਰੇਮ। ਵੀ ਜਿਹਦੇ ਵਿੱਚ ਕੋਈ ਸਵਾਰਥ ਨਹੀਂ, ਉਹ ਪ੍ਰੇਮ ਫਿਰ ਅੱਗੇ ਨਿਭਦਾ। ਜਿਹਦੇ ਵਿੱਚ ਸਵਾਰਥ ਹੁੰਦਾ ਉਹਦੇ ਵਿੱਚ ਫਿਰ ਲੜਾਈਆਂ ਝਗੜੇ ਵੀ। ਹੁਣ ਇਹ ਜਦੋਂ ਆਪਾਂ ਸਾਧ ਸੰਗਤ ਕਰਦੇ ਹਾਂ, ਇਹਦੇ ਵਿੱਚ ਆਪਣਾ ਕੋਈ ਲੜਾਈ ਝਗੜਾ ਨਹੀਂ। ਕਿਉਂ? ਕਿਉਂਕਿ ਵਿੱਚ ਕੋਈ ਸਵਾਰਥ ਹੀ ਨਹੀਂ। ਜਦੋਂ ਸਵਾਰਥ ਆਏਗਾ ਉਦੋਂ ਝਗੜਾ ਵੀ ਹੋਏਗਾ, ਉਦੋਂ ਲੜਾਈਆਂ ਵੀ ਹੋਣਗੀਆਂ, ਉਦੋਂ ਵੈਰ ਵਿਰੋਧ, ਨਿੰਦਿਆ, ਚੁਗਲੀ, ਈਰਖਾ, ਨਫ਼ਰਤ, ਉਦੋਂ ਸਾਰਾ ਕੁਛ ਹੀ ਹੋਣਾ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਆਪਾਂ ਜਦੋਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਸੰਤ ਮਾਰਗ ਇਹਨੂੰ ਕਹਿੰਦੇ, ਪ੍ਰੇਮ ਦਾ ਮਾਰਗ, ਇਹਦੇ ਵਿੱਚ ਆਪਾਂ ਚੱਲਦੇ ਹਾਂ। ਇਹਦੇ ਵਿੱਚ ਫਿਰ ਇਹ ਆਤਮਿਕ ਪ੍ਰੇਮ ਹੁੰਦਾ, ਜਿਹਦੇ ਵਿੱਚ ਕੋਈ ਮੰਗ ਨਹੀਂ, ਜਿਹਦੇ ਵਿੱਚ ਕੋਈ ਸਵਾਰਥ ਨਹੀਂ। ਇਹ ਫਿਰ ਧੌਰਾ ਦਰਗਾਹ ਤੱਕ ਨਿਭਦਾ, ਆਖਰੀ ਸਵਾਸਾਂ ਤੱਕ ਹੀ ਨਿਭ ਜਾਂਦਾ। ਤਾਈਓ ਭਗਤਾਂ ਦੀ ਨਿਭ ਜਾਂਦੀ ਪਰਮਾਤਮਾ ਦੇ ਨਾਲ, ਮਾਲਕ ਦੇ ਨਾਲ, ਕਿਉਂਕਿ ਉਹਦੇ ਵਿੱਚ ਸਵਾਰਥ ਨਹੀਂ ਹੁੰਦਾ ਕੋਈ। ਜਿਵੇਂ ਹੁਣ ਆਪਾਂ ਇਤਿਹਾਸ ਦੇਖਦੇ ਹਾਂ, ਭਗਤਾਂ ਦੇ ਉੱਤੇ ਕਿੰਨੇ ਕਸ਼ਟ ਆਏ, ਕਿੰਨੇ ਗੁਰਸਿੱਖ, ਕਿੰਨੇ ਉਹਨਾਂ ਦੇ ਸਰੀਰ ਰੂਪ ਕਰਕੇ ਕਸ਼ਟ ਆਏ, ਪਰ ਉਹਨਾਂ ਦਾ ਪ੍ਰੇਮ ਨਹੀਂ ਟੁੱਟਿਆ। ਚਾਹੇ ਉਹਨਾਂ ਨੂੰ ਬੰਦ ਕੱਟਣ ਲੱਗੇ, ਕੱਟ ਦਿੱਤਾ, ਉਹ ਤਾਂ ਨਹੀਂ ਪ੍ਰੇਮ ਟੁੱਟੇ। ਚਾਹੇ ਉਹਨਾਂ ਨੂੰ ਚਰਖੜੀਆਂ 'ਤੇ ਚੜ੍ਹਾ ਦਿੱਤਾ, ਉਹ ਤਾਂ ਨਹੀਂ ਟੁੱਟੇ। ਚਾਹੇ ਉਹਨਾਂ ਦੇ ਖੋਪਰ ਲਾਤੇ, ਉਹ ਤਾਂ ਨਾ ਟੁੱਟੇ। ਇਸ ਵਾਸਤੇ ਫਿਰ ਇਹਨੂੰ ਕਹਿੰਦੇ ਆਤਮਿਕ ਪ੍ਰੇਮ, ਵੀ ਜਿਹਦੇ ਵਿੱਚ ਕੋਈ ਸਵਾਰਥ ਨਹੀਂ, ਉਹ ਟੁੱਟਦਾ ਨਹੀਂ। ਅਤੇ ਜਿਹੜਾ ਸਵਾਰਥ ਵਾਲਾ ਹੁੰਦਾ ਉਹ ਤਾਂ ਆਪਾਂ ਦੇਖਦੇ ਹਾਂ ਸੰਸਾਰ 'ਚ, ਉਹਨੂੰ ਟੁੱਟਣ ਨੂੰ ਕਿੰਨਾ ਕੁ ਟਾਈਮ ਲੱਗਦਾ। ਉਹਦਾ ਆਪਾਂ ਦੇਖਦੇ ਹਾਂ ਵੀ ਥੋੜ੍ਹੀ ਜਿਹੀ ਮੰਗ ਨਹੀਂ ਪੂਰੀ ਹੋਈ, ਸਵਾਰਥ ਨਹੀਂ ਪੂਰਾ ਹੋਇਆ, ਅਤੇ ਉਦੋਂ ਹੀ ਫਿੱਕਾ ਬੋਲਣਾ, ਮਾੜੇ ਵਚਨ ਬੋਲਣਾ ਸ਼ੁਰੂ ਕਰ ਦੇਣਾ। ਤਾਂ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਮਾਰਗ, ਪ੍ਰੇਮ ਦਾ ਮਾਰਗ, ਇਹ ਨਿਮਾਣਿਆਂ ਦਾ, ਨੀਵਿਆਂ ਦਾ। ਇਹਦੇ ਵਿੱਚ ਅਸੀਂ ਤ੍ਰੈ ਗੁਣਾਂ ਤੋਂ ਉੱਪਰ ਉੱਠਣਾ, ਵਿਚਾਰਾਂ ਤੋਂ। ਜਦੋਂ ਅਸੀਂ ਵਿਚਾਰਾਂ ਤੋਂ ਉੱਪਰ ਉੱਠ ਜਾਵਾਂਗੇ, ਚੌਥੇ ਪਦ ਵਿੱਚ ਆ ਗਏ, ਅਤੇ ਆਤਮਿਕ ਪ੍ਰੇਮ ਹੋ ਗਿਆ, ਅਤੇ ਉਹਦੇ ਵਿੱਚ ਕੋਈ ਸਵਾਰਥ ਰਹਿੰਦਾ ਹੀ ਨਹੀਂ। ਤਾਂਹੀਓ ਜਦੋਂ ਆਪਾਂ ਘਰ ਚਲੇ ਜਾਂਦੇ ਹਾਂ, ਮਾਲਕ ਉੱਥੇ ਗਿਆਨ ਨੂੰ ਪੁੱਛਦਾ, ਦੱਸੋ ਤੁਹਾਨੂੰ ਕੀ ਚਾਹੀਦਾ। ਗੁਰੂ ਅਰਜਨ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਜਦੋਂ ਗਏ ਘਰ, ਮਾਲਕ ਨੇ ਪੁੱਛਿਆ ਵੀ ਦੱਸੋ ਤੁਹਾਡੀ ਕੀ ਮੰਗ ਹੈ। ਮਹਾਰਾਜ ਕਹਿੰਦੇ ਵੀ ਉੱਥੇ ਜਾ ਕੇ ਕੋਈ ਮੰਗ ਰਹਿੰਦੀ ਹੋਈ ਨਹੀਂ। ਬਈ ਜਦੋਂ ਤੂੰ ਸਾਡੇ ਵੱਲ ਹੋ ਗਏ ਅਤੇ ਸਾਡੀ ਹੋਰ ਕੋਈ ਇੱਛਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਉਹਦੇ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਬਈ ਜਦੋਂ ਤੂੰ ਮੇਰੇ ਵੱਲ ਹੋ ਗਏ, ਤੂੰ ਮਿਲ ਪਏ, ਅਤੇ ਹੋਰ ਕੋਈ ਇੱਛਾ ਰਹੀ ਹੋਈ ਨਹੀਂ ਹੈ। ਸੋ ਇਹ ਹੈ ਫਿਰ ਪ੍ਰੇਮ। ਮਾਲਕ ਨੂੰ ਮਿਲ ਕੇ ਕੋਈ ਇੱਛਾ ਨਹੀਂ ਰਹਿ ਜਾਂਦੀ ਸੰਸਾਰ ਦੀ, ਮਾਇਆ ਦੀ। ਅਤੇ ਫਿਰ ਤਾਂ ਮਨ ਉਹਦੇ ਭਾਣੇ 'ਚ ਆ ਜਾਂਦਾ, ਜੋ ਤੂੰ ਕਰਦਾ ਹੈ ਉਹੀਓ ਚੰਗਾ, ਉਹੀਓ ਭਲਾ ਹੈ। ਸੋ ਇਸ ਕਰਕੇ ਫਿਰ ਇਹ ਅਵਸਥਾ ਸਾਡੇ ਮਨ ਦੀ ਹੋਣੀ ਚਾਹੀਦੀ, ਜਿਹਨੂੰ ਮਹਾਰਾਜ ਕਹਿੰਦੇ ਦੁੱਖ ਸੁੱਖ ਪਿਆਰੇ ਤੁਧ ਤੇ ਆਈ, ਇਹ ਸਮਤ ਗੁਰੂ ਤੇ ਪਾਈ। ਵੀ ਇਹ ਸਾਨੂੰ ਗੁਰੂ ਸਮਤ ਦਿੰਦੇ, ਸਤਿਗੁਰੂ ਸਮਝਾਉਂਦੇ ਵੀ ਚਾਹੇ ਦੁੱਖ ਅਤੇ ਚਾਹੇ ਸੁੱਖ ਧਿਆਉਣਾ ਮਾਲਕ ਨੂੰ ਹੀ।
परमात्मा ने। जदों असी दुख सुख च ध्यावांगे तो साडा मन सहज विच आ जाएगा। सहज अपना घर है तो इन्होंने दोवां तो ही उपर उठ जाना ने संसार के दुखों सुखों तो। फिर आपनूं सच्चे पातशाह समझाउंदे भी इधर माया दे विच भरम है ते सतगुरु साडे भरम खत्म कर सी। मारे कहते सर्ब सुखां बने तेरे ओले भरम के पढ़दे सतगुर खोले। बई जिहड़ा ये साडे मन नूं भरम पिया माया भी ये जिहड़ा इनू तुमा सोहना लगदा ते महाराज इहदा भरम खत्म कर दे भी यैर कंदड़ों की भुल तुमा देसी सोहना भी तुमा जिहड़ा ये दिखदा दा सोहना पर अंदर कड़तन बहुत है यैर। सो इस वास्ते महाराज कहंदे बई जे इनू मन नूं ज्ञान हो जी सोझी हो जी ਇਹਦੇ मालक दे नाल प्रेम करे तेरे नाम दे नाल जुड़े ते अंतर्मुखी हो जे सहज विच आ जे ते फिर सुख लवे। आने माया बाहर दी दौड़ संसार दी इनू ताइयों मिर्ग तृष्णा भी कह दिता भी मिर्ग नूं भरम है भी पानी भी मेरी प्यास बुझेगी पर वो प्यास बुझदी नहीं सगा तो होर भजदा ते होर प्यास वधदी। जिवें हुण आपां कहने संसारी तौर पर आप देख लीए भी जीव प्यासा होवे हुण प्यासे नूं आपां भजाइए तो उहदी प्यास वधनी है ना कि घटनी है। हुण इसे तरह ही माया मन नूं भरम पाउंदी ये मन जिन्ना दौड़दा उन्ना ही इहदी प्यास होर वधदी जांदी। ये आपां नूं सतगुरु कहंदे भी जे अंतरमुखी हो जे ये अंदर अमृत है तो यदी प्यास बुझ सकती। सो आओ हुण किवें असीं मन नूं अंतरमुखी करना उहदे वास्ते जो महाराज आपां नूं इस आस गिरास सिमरन दसदे। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ ਜਿਉਂ-ਜਿਉਂ ਆਪਾਂ ਇਹ ਅਭਿਆਸ ਕਰਦੇ ਹਾਂ, ਆਪਣਾ ਜਿਹੜਾ ਮਨ ਹੈ ਇਹਨਾਂ ਵਿਚਾਰਾਂ ਤੋਂ, ਤ੍ਰੈ ਗੁਣਾਂ ਤੋਂ ਉੱਪਰ ਉੱਠਦਾ। ਜਿਉਂ-ਜਿਉਂ ਆਪਾਂ ਵਿਚਾਰਾਂ ਤੋਂ ਮਨ ਨੂੰ ਰਹਿਤ ਕਰਾਂਗੇ, ਅਸੀਂ ਅੰਤਰਮੁਖੀ ਹੋਵਾਂਗੇ, ਫਿਰ ਅਸੀਂ ਉਹ ਸ਼ਬਦ ਗੁਰੂ ਨਾਲ ਜੁੜਾਂਗੇ, ਨਾਮ ਦੇ ਨਾਲ, ਜਿਹਦੇ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ ਹੈ। ਲਿਵ ਟੁੱਟੀ ਹੋਣ ਕਰਕੇ ਸਾਡੇ ਮਨ ਨੂੰ ਇਹ ਮਾਇਆ ਲੱਗੀ ਹੋਈ, ਤ੍ਰਿਸ਼ਨਾ। ਮਹਾਰਾਜ ਕਹਿੰਦੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਿਉਂ-ਜਿਉਂ ਆਪਾਂ ਇਹ ਅਭਿਆਸ ਕਰਾਂਗੇ, ਸਹਿਜ ਵਿੱਚ ਜਾਵਾਂਗੇ, ਸਾਡੀ ਟੁੱਟੀ ਹੋਈ ਸ਼ਬਦ ਗੁਰੂ ਨਾਲ ਗੰਢੀ ਜਾਏਗੀ, ਅਤੇ ਫਿਰ ਸਾਡੇ ਮਨ ਦੀ ਇਹ ਜਿਹੜੀ ਤ੍ਰਿਸ਼ਨਾ ਇਹ ਖਤਮ ਹੋ ਜਾਏਗੀ, ਤ੍ਰਿਸ਼ਨਾ ਮੁੱਕ ਜੀ। ਭਾਈ ਉਹ ਮਹਾਰਾਜ ਕਹਿੰਦੇ ਤ੍ਰਿਸ਼ਨਾ ਬੁਝੇ ਹਰਿ ਕੇ ਨਾਮ, ਵੀ ਹਰੀ ਦੇ ਨਾਮ ਦੁਆਰਾ ਇਹ ਮਨ ਦੀ ਸਾਰੀ ਤ੍ਰਿਸ਼ਨਾ ਜਿਹੜੀ ਇਹ ਖਤਮ ਹੋ ਜਾਂਦੀ। ਸੋ ਇਸ ਵਾਸਤੇ ਹੁਣ ਹੀ ਆਪਾਂ ਵੱਧ ਤੋਂ ਵੱਧ ਅਭਿਆਸ ਕਰਨ, ਬਹਿੰਦੇ ਉੱਠਦੇ ਕੰਮ ਕਾਰ ਕਰਦੇ, ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹ ਕੇ ਵਿਚਾਰਨਾ, ਤਾਂ ਕਿ ਆਪਣਾ ਮਨ ਪਾਸੇ ਨਾ ਜਾਵੇ, ਸਾਨੂੰ ਸਮਝ ਲੱਗੇ ਗੁਰਬਾਣੀ ਗੁਰੂ ਦੀ ਕਿ ਸਾਨੂੰ ਕੀ ਕਹਿ ਰਹੇ ਨੇ, ਕੀ ਸਾਨੂੰ ਸਮਝਾ ਰਹੇ ਨੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੜ੍ਹਾਂਗੇ, ਖੋਜਾਂਗੇ, ਆਪਣਾ ਮਨ ਪਾਸੇ ਨਹੀਂ ਜਾਏਗਾ, ਅਤੇ ਸਾਨੂੰ ਫਿਰ ਸਮਝ ਆਏਗੀ ਗੁਰਬਾਣੀ ਗੁਰੂ ਦੀ ਕਿ ਗੁਰਬਾਣੀ ਨੂੰ ਸਿਰਫ ਅਸੀਂ ਇਸ ਕਰਕੇ ਨਹੀਂ ਪੜ੍ਹਨਾ ਵੀ ਸੰਸਾਰ ਦੀਆਂ ਮੰਗਾਂ ਮੰਗਣ ਵਾਸਤੇ, ਵੀ ਗੁਰਬਾਣੀ ਗੁਰੂ ਤਾਂ ਇਸ ਕਰਕੇ ਹੈ ਵੀ ਤਾਂ ਕਿ ਸਾਡੇ ਮਨ ਨੂੰ ਅਸੀਂ ਇੱਥੋਂ ਆਜ਼ਾਦ ਕਿਵੇਂ ਕਰਾਉਣਾ। ਇਹਦਾ ਅਸੀਂ ਪਹਿਲਾਂ ਹੀ ਬੱਝੇ ਦਾ ਹੋਈ ਹਾਂ। ਗੁਰਬਾਣੀ ਗੁਰੂ ਤਾਂ ਸਾਨੂੰ ਆਜ਼ਾਦ ਕਰਾਉਂਦੇ, ਉਹ ਸਾਨੂੰ ਭਰਮ 'ਚ ਥੋੜ੍ਹੀ ਪਾਉਂਦੇ। ਇਹ ਤਾਂ ਭਰਮ ਤਾਂ ਪਹਿਲਾਂ ਹੈਗੇ ਹੀ ਹਾਂ, ਅਸੀਂ ਭਰਮ ਦੇ ਵਿੱਚ, ਉਹ ਤਾਂ ਸਾਡਾ ਭਰਮ ਕੱਟਦੇ, ਸਾਨੂੰ ਭਰਮ ਦੇ ਹਨੇਰੇ ਦੇ ਵਿੱਚੋਂ ਬਾਹਰ ਕੱਢਦੇ ਨੇ। ਉਹ ਜਦੋਂ ਫਿਰ ਆਪਾਂ ਵਿਚਾਰਾਂਗੇ ਅਤੇ ਫਿਰ ਸਾਨੂੰ ਗਿਆਨ ਦਾ ਪ੍ਰਕਾਸ਼ ਹੋਏਗਾ, ਅਤੇ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਏਗਾ। ਉਹ ਵੱਧ ਤੋਂ ਵੱਧ ਹੀ ਆਪਾਂ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਾਂਗੇ, ਗੁਰਬਾਣੀ ਗੁਰੂ ਦੀ ਵਿਚਾਰ ਕਰਾਂਗੇ, ਸੁਣਾਂਗੇ, ਓਨਾ ਹੀ ਆਪਾਂ ਨੂੰ ਲਾਹਾ ਹੈ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਸਾਡੇ ਜੀਵਨ ਦਾ ਸਾਰਿਆਂ ਦਾ ਜੋ ਮਕਸਦ ਮਨੋਰਥ, ਪਰਮਾਤਮਾ ਨੂੰ ਮਿਲਣਾ, ਮਾਲਕ ਨੂੰ ਕਿਵੇਂ ਆਪਾਂ ਮਿਲ ਸਕਦੇ ਹਾਂ, ਉਹ ਆਪਾਂ ਨੂੰ ਗੁਰਮੁਖਾਂ ਨੇ ਗੁਰਬਾਣੀ ਗੁਰੂ ਦੁਆਰਾ ਬੜਾ ਸੌਖਾ ਕਰਕੇ ਭੇਜ ਦਿੱਤਾ। ਬਾਕੀ ਜੋ ਆਪਣਾ ਸਮਾਗਮ ਗੁਰਦੁਆਰਾ ਬ੍ਰਹਮਲੇ ਦਾ ਚਾਹੋ ਮੋਗਾ ਵਿਖੇ ਚੱਲ ਰਹੇ, 31 ਤਰੀਕ ਤੱਕ ਹੀ ਆਪਣਾ ਸਮਾਗਮ ਚੱਲਣੇ ਨੇ। ਸੋ ਆਪਾਂ ਸਮਾਂ ਕੱਢ ਕੇ ਸੰਗਤ ਕਰਕੇ ਇਹ ਜੋ ਜੀਵਨ ਦਾ ਲਾਹਾ ਹੈ ਆਪਣਾ, ਇਹ ਆਪਾਂ ਲਾਹਾ ਪ੍ਰਾਪਤ ਕਰ ਸਕਦੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿ